ਨਵਾਂ ਜ਼ਮਾਨਾ ਟੀਵੀ ਵਿੱਚ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ। ਨਵਾਂ ਜ਼ਮਾਨਾ ਟੀਵੀ ਵਿੱਚ ਹਰ ਇੱਕ ਐਤਵਾਰ ਅਸੀਂ ਸਿਰਜਣਾ ਦੇ ਅੰਗ ਸੰਗ ਮੈਗਜ਼ੀਨ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ, ਜਿਸ ਵਿੱਚ ਅਸੀਂ ਕਿਸੇ ਕਲਮਕਾਰ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਅੱਜ ਸਿਰਜਣਾ ਦੇ ਅੰਗ ਸੰਗ ਵਿੱਚ ਅਸੀਂ ਤ੍ਰਿਪਤਾ ਕੇ ਸਿੰਘ ਹੋਰਾਂ ਨੂੰ ਸੱਦਾ ਦਿੱਤਾ ਹੈ। ਉਹ ਕਹਾਣੀਕਾਰ ਨੇ, ਚਰਚਿਤ ਕਹਾਣੀਕਾਰ ਨੇ, ਚੰਗੇ ਕਹਾਣੀਕਾਰ ਨੇ। ਇਹਦਾ ਫੈਸਲਾ ਆਲੋਚਕ ਤੇ ਕਰ ਚੁੱਕੇ ਨੇ ਤੇ ਪਿਆਰੇ ਦਰਸ਼ਕੋ ਤੁਸੀਂ ਕਰਨਾ ਹੈ। ਮੈਡਮ, ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਸਰ। ਨਵਾਂ ਜ਼ਮਾਨਾ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਬੁਲਾਇਆ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਅੱਛਾ ਲੱਗ ਰਿਹਾ ਇੱਥੇ ਆ ਕੇ। ਤ੍ਰਿਪਤਾ ਕੇ ਸਿੰਘ ਹੋਰੀ ਕਹਾਣੀ ਲਿਖਦੇ ਨੇ, ਲੰਬੇ ਸਮੇਂ ਤੋਂ ਕਹਾਣੀ ਲਿਖਦੇ ਨੇ। ਕਹਾਣੀ ਲਿਖਣ ਲੱਗੇ ਉਹ ਕਹਾਣੀ ਨੂੰ ਇੰਨਾ ਜ਼ਿਆਦਾ ਲਿਸ਼ਕਾਉਂਦੇ ਮਾਂਜਦੇ ਨੇ ਕਿ ਕਹਾਣੀ ਦੀ ਪਰਪੱਕਤਾ ਦੇ ਵਿੱਚ ਕੋਈ ਕਾਣ ਨਹੀਂ ਰਹਿੰਦੀ। ਅਜਿਹਾ ਉਹਨਾਂ ਦੇ ਪਾਠਕ ਅਤੇ ਵੱਖ-ਵੱਖ ਪਰਚਿਆਂ ਦੇ ਸੰਪਾਦਕ ਮਹਿਸੂਸ ਕਰਦੇ ਨੇ। ਅੱਜ ਉਹਨਾਂ ਦੀ ਸਿਰਜਣਾ ਦੇ ਅੰਗ ਸੰਗ ਵਿਚਰਦਿਆਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਮੈਡਮ, ਪਹਿਲਾਂ ਤੇ ਸਭ ਤੋਂ ਇਹ ਦੱਸੋ ਕਿ ਤੁਸੀਂ ਇਹ ਜਿਹੜੀ ਕਲਮ ਹੈ ਇਹਦੀ ਵਰਤੋਂ ਕਦੋਂ ਸ਼ੁਰੂ ਕੀਤੀ, ਕਦੋਂ ਲਿਖਣ ਲੱਗੇ ਤੇ ਕਿਉਂ ਲਿਖਣ ਲੱਗੇ? ਹਾਂ, ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਕਿ ਮੈਂ ਕਦੋਂ ਲਿਖਣ ਲੱਗੀ ਤੇ ਹੈ ਕਿਉਂ ਲਿਖਣ ਲੱਗੀ। ਇਹ ਬਹੁਤ ਮਹੱਤਵਪੂਰਨ ਗੱਲ ਹੁੰਦੀ ਹੈ ਕਿ ਨਹੀਂ, ਮੈਂ ਤਦ ਪੁੱਛਿਆ ਕਿਉਂਕਿ ਜਿਹੜਾ ਹਰੇਕ ਬੰਦਾ ਇੱਥੇ ਬਸ਼ਰ ਜਿਉ ਰਿਹਾ ਜੀ, ਉਹ ਮਹਿਸੂਸ ਕਰਦਾ ਕਿ ਸਮਾਜ ਦੇ ਵਿੱਚ ਆਹ ਕੁਝ ਗਲਤ ਹੋ ਰਿਹਾ ਜੀ, ਪਰ ਉਹ ਹਰ ਇੱਕ ਲਿਖ ਨਹੀਂ ਸਕਦਾ ਜਾਂ ਲਿਖਦਾ ਨਹੀਂ ਜੀ। ਬਿਲਕੁਲ। ਇਹ ਕਲਮਕਾਰ ਦੇ ਅੰਦਰ ਕੋਈ ਇਦਾਂ ਦੀ ਚੀਜ਼ ਬੈਠੀ ਹੁੰਦੀ ਜਿਹੜੀ ਉਹਨੂੰ ਟਿਕ ਕੇ ਬੈਠਣ ਨਹੀਂ ਦਿੰਦੀ ਕਿ ਨਹੀਂ ਤੂੰ ਇਹ ਕਲਮ ਚੱਕ ਤੇ ਲਿਖ। ਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਮੈਂ ਵੀ ਇਸੇ ਤਰ੍ਹਾਂ ਹੀ ਸਮਝਦੀ ਹਾਂ ਕਿ ਮੈਂ ਜਦੋਂ ਕਈ ਵਾਰੀ ਆਪਣੇ ਆਪ ਨੂੰ ਸਵਾਲ ਕਰਦੀ ਹਾਂ ਕਿ ਮੈਂ ਕਿਉਂ ਲਿਖ ਰਹੀ ਹਾਂ, ਮੈਨੂੰ ਕੀ ਲਿਖਣ ਦੀ ਜ਼ਰੂਰਤ ਪਈ ਆ। ਅੱਛਾ ਭਲਾ ਆ, ਸਾਰਾ ਕੁਝ, ਲਾਈਫ ਬੜੀ ਵਧੀਆ ਚੱਲ ਰਹੀ ਹੈ, ਜੌਬ ਚੱਲ ਰਹੀ ਹੈ, ਪਰ ਨਹੀਂ, ਕੋਈ ਸੰਵੇਦਨਸ਼ੀਲਤਾ ਅੰਦਰ ਜਦੋਂ ਕਿਸੇ ਲੇਖਕ ਦੇ ਹੁੰਦੀ ਆ ਉਹ ਉਹਨੂੰ ਸੱਚੀ ਮੁੱਚੀ ਟਿਕ ਕੇ ਨਹੀਂ ਬੈਠਣ ਦਿੰਦੀ। ਕੋਈ ਗੱਲਾਂ ਜਿਹੜੀਆਂ ਸਮਾਜ ਦੇ ਵਿੱਚ ਜਿਹੜੇ ਵਰਤਾਰੇ ਹੈਗੇ ਆ, ਉਹ ਵਰਤਾਰੇ ਜਿਹੜੇ ਹੈਗੇ ਆ ਉਹ ਆਮ ਲੋਕਾਂ ਲਈ ਸ਼ਾਇਦ ਉਹ ਆਮ ਗੱਲ ਹੋ ਗਏ ਤੇ ਉਹ ਅੱਗੋਂ ਲੰਘ ਜਾਂਦੇ ਆ ਦੇਖ ਕੇ। ਇੱਕ ਸੰਵੇਦਨਸ਼ੀਲ ਮਨ ਜਿਹੜਾ ਹੁੰਦਾ ਆ ਉਹ ਵਿਚਲਿਤ ਹੁੰਦਾ ਆ, ਜੋ ਵਾਪਰ ਰਿਹਾ ਹੁੰਦਾ ਆ ਸਾਡੇ ਸਮਾਜ ਦੇ ਵਿੱਚ, ਜਿਹੜੀਆਂ ਘਟਨਾਵਾਂ ਆ ਜਾਂ ਜੋ ਵੀ ਅਸੀਂ ਦੇਖਦੇ ਆ, ਉਹ ਜੋ ਸਾਨੂੰ ਦਿਖ ਰਿਹਾ ਹੁੰਦਾ ਆ, ਉਹ ਸੰਵੇਦਨਸ਼ੀਲ ਮਨ, ਲੇਖਕ ਮਨ ਜਿਹੜਾ ਆ, ਉਸ ਸੱਚ ਜਿਹੜਾ ਸਾਨੂੰ ਅੱਖਾਂ ਦੇ ਵਿੱਚ ਨਜ਼ਰ ਆ ਰਿਹਾ ਆ, ਉਹਦੇ ਪਿੱਛੇ ਕੀ ਸੱਚ ਪਿਆ ਹੋਇਆ ਆ, ਉਹਨੂੰ ਟੋਲਣ ਲੱਭਣ ਦੀ ਤਲਾਸ਼ ਜਿਹੜੀ ਹੈਗੀ ਆ ਉਹ ਕਰਦਾ ਆ। ਤੇ ਉਹ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ ਕਿ ਜੋ ਸਭ ਕੁਝ ਦਿਸ ਰਿਹਾ ਹੈ ਉਹਦੇ ਪਿੱਛੇ ਜਿਹੜਾ ਸੱਚ ਪਿਆ ਆ ਉਹ ਕੀ ਹੈ, ਮੈਂ ਉਹ ਲੱਭਾਂ, ਉਹ ਭਾਲਾਂ। ਤੇ ਉਹ ਮੇਰੇ ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਇਕੱਤਰ ਹੋਈਆਂ ਸੀ ਕਿ ਜੋ ਸਾਹਮਣੇ ਦਿਸਦਾ ਆ ਉਹ ਸਭ ਕੁਝ ਸੱਚ ਉਹ ਨਹੀਂ ਹੁੰਦਾ ਹੈਗਾ, ਉਹਦੇ ਪਿੱਛੇ ਵੀ ਪਿਆ ਇੱਕ ਹੋਰ ਸੱਚ ਹੁੰਦਾ ਆ। ਤੇ ਉਹਦੀ ਤਲਾਸ਼ ਦੇ ਵਿੱਚ ਹੀ ਮੈਂ ਨਿਕਲੀ ਤੇ ਮੈਂ ਕਲਮ ਚੁੱਕੀ ਤੇ ਮੈਂ ਲਿਖਣਾ ਜਿਹੜਾ ਉਹ ਸ਼ੁਰੂ ਕੀਤਾ। ਤੇ ਦੂਜਾ ਸਵਾਲ ਸੀ ਇਹਦੇ ਨਾਲ ਲੱਗਦਾ ਹੈ ਕਿ ਕਦੋਂ ਤੋਂ ਇਹ ਕਲਮਕਾਰੀ ਨਾਲ ਤੁਹਾਡਾ ਰਿਸ਼ਤਾ ਸ਼ੁਰੂ ਹੋਇਆ? ਜੀ, ਲਿਖਣਾ ਜਿਹੜਾ ਹੈਗਾ ਆ ਉਹ ਮੈਂ ਕਾਫੀ ਦੇਰ ਨਾਲ ਸ਼ੁਰੂ ਕੀਤਾ। ਜਦੋਂ ਮੈਂ ਬਹੁਤ ਛੋਟੀ ਸੀ, ਥੋੜਾ ਇਕੱਲੇ ਰਹਿਣ ਦੀ ਮੈਨੂੰ ਆਦਤ ਸੀਗੀ, ਜਿੱਦਾਂ ਕਹਿ ਲਓ ਕਿ ਅੰਤਰਮੁਖੀ ਸੁਭਾਅ ਵਾਲੀ ਲੜਕੀ ਸੀਗੀ ਮੈਂ, ਤੇ ਅੰਦਰੂਨੀ ਤੌਰ ਤੇ ਚੁੱਪ ਰਹਿਣ ਵਾਲੀ ਸੀ। ਮੈਨੂੰ ਚੁੱਪ ਕੁੜੀ ਦੇ ਤੌਰ ਤੇ ਹੀ ਜਾਣਿਆ ਜਾਂਦਾ ਸੀ ਬਚਪਨ ਦੇ ਵਿੱਚ, ਤੇ ਅੰਦਰੂਨੀ ਤੌਰ ਤੇ ਮੇਰੇ ਅੰਦਰ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ। ਤੇ ਪੜ੍ਹਨ ਦਾ ਮੈਨੂੰ ਬਚਪਨ ਤੋਂ ਹੀ ਸ਼ੌਕ ਸੀ। ਕਿੱਥੋਂ ਪਿਆ ਮੈਨੂੰ ਖੁਦ ਵੀ ਨਹੀਂ ਪਤਾ ਕਿ ਇਹ ਸ਼ੌਕ ਮੈਨੂੰ ਜਿਹੜਾ ਉਹ ਕਿੱਥੋਂ ਪਿਆ। ਕੁਝ ਵੀ ਮੈਨੂੰ ਮਿਲ ਜਾਂਦਾ ਸੀ ਕਿਸੇ ਤਰ੍ਹਾਂ ਦਾ ਵੀ ਤੇ ਮੈਂ ਪੜ੍ਹਨਾ ਸ਼ੁਰੂ ਕਰ ਦਿੰਦੀ ਸੀ।
ਪੜ੍ਹਦੀ ਹੌਲੀ ਹੌਲੀ, ਉਦੋਂ ਤੱਕ ਮੈਨੂੰ ਇਹ ਨਹੀਂ ਸੀ ਪਤਾ ਬਚਪਨ ਤੋਂ, ਜਦੋਂ ਕਿਸ਼ੋਰ ਅਵਸਥਾ ਵਿੱਚ ਜਾਂਦੀ ਆ ਕਿ ਕੀ ਪੜ੍ਹਨਾ ਹੈ ਤੇ ਕੀ ਨਹੀਂ ਪੜ੍ਹਨਾ, ਕਿਸ ਤਰ੍ਹਾਂ ਦਾ ਸਾਹਿਤ ਜਿਹੜਾ ਹੁੰਦਾ ਆ ਉਹ ਪੜ੍ਹਨਾ ਚਾਹੀਦਾ ਤੇ ਕਿਸ ਤਰ੍ਹਾਂ ਦਾ ਨਹੀਂ। ਪਰ ਮੈਨੂੰ ਜੋ ਮਿਲਦਾ ਸੀ ਮੈਂ ਪੜ੍ਹਦੀ ਰਹਿੰਦੀ ਹੁੰਦੀ ਸੀ। ਹੌਲੀ ਹੌਲੀ ਜਿੱਦਾਂ ਸਮਝ ਵਿਕਸਿਤ ਹੁੰਦੀ ਗਈ ਤਾਂ ਮੈਨੂੰ ਸਾਹਿਤ ਤੇ ਅਸਾਹਿਤ ਵਿਚਲਾ ਫਰਕ ਜਿਹੜਾ ਆ ਉਹ ਪਤਾ ਚੱਲਣਾ ਸ਼ੁਰੂ ਹੋ ਗਿਆ। ਮੈਂ ਪੜ੍ਹਦੀ ਰਹੀ ਕਾਫੀ ਲੰਬਾ ਸਮਾਂ, ਮੈਂ ਮੈਗਜ਼ੀਨ, ਅਖਬਾਰਾਂ, ਉਹ ਸਾਰਾ ਕੁਝ ਮੈਂ ਬਹੁਤ ਪੜ੍ਹਿਆ। ਤੇ ਪਰ ਲਿਖਣਾ ਮੈਂ ਬਹੁਤ ਲੇਟ ਸ਼ੁਰੂ ਕੀਤਾ। 2007 ਚ ਮੈਂ ਪਹਿਲੀ ਕਹਾਣੀ ਲਿਖੀ। ਹਾਂ, ਦੇਖੀ ਜਿਸ ਤਰ੍ਹਾਂ ਤੁਸੀਂ ਹੁਣ ਜ਼ਿਕਰ ਕੀਤਾ ਨਾ ਕਿ ਜਿਉਂ-ਜਿਉਂ ਸਮਝ ਅੱਗੇ ਵੱਧਦੀ ਗਈ, ਡਿਵੈਲਪ ਹੁੰਦੀ ਗਈ, ਪਰਿਪੱਕ ਹੁੰਦੀ ਗਈ, ਤਿਉਂ-ਤਿਉਂ ਜਿਹੜੀ ਸਮਾਜ ਨੂੰ ਵੇਖਣ ਦਾ ਨਜ਼ਰੀਆ ਆ ਉਹ ਥੋੜਾ ਵੱਖਰਾ ਹੋ ਜਾਂਦਾ। ਜੀ ਬਿਲਕੁਲ। ਇਹ ਜਿਹੜੀ ਸਮਝ ਪਰਿਪੱਕ ਹੋਣੀ ਹੈ, ਇਹਦੇ ਵਿੱਚ ਇੱਕ ਤਾਂ ਤੁਸੀਂ ਕਿਤਾਬਾਂ ਦਾ ਜ਼ਿਕਰ ਕੀਤਾ, ਮੈਗਜ਼ੀਨਾਂ ਦਾ ਕੀਤਾ, ਇਹਦੇ ਨਾਲ ਨਾਲ ਜਦੋਂ ਤੁਸੀਂ ਸਮਾਜ 'ਚ ਵਿਚਰਦੇ ਹੋ, ਵੱਖ-ਵੱਖ ਰਿਸ਼ਤਿਆਂ 'ਚ ਵਿਚਰਦੇ ਹੋ, ਕਿ ਜਿਵੇਂ ਲੜਕੀ ਹੈ ਇੱਕ, ਉਹ ਇੱਕ ਧੀ ਦੇ ਰੂਪ 'ਚ, ਇੱਕ ਭੈਣ ਦੇ ਰੂਪ 'ਚ, ਉਸ ਤੋਂ ਬਾਅਦ ਵਿਆਹ ਤੋਂ ਬਾਅਦ ਪਤੀ ਦੇ ਨਾਲ ਪਤਨੀ ਦੇ ਰੂਪ 'ਚ, ਬੱਚੇ ਦੀ ਮਾਂ ਦੇ ਰੂਪ 'ਚ, ਇਹ ਜਿਹੜਾ ਸਾਰਾ ਸਮਾਜਿਕ ਵਰਤਾਰਾ ਆ, ਕੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚੋਂ ਵੀ ਕੋਈ ਚੀਜ਼ ਗ੍ਰਹਿਣ ਹੋਈ ਕਿ ਜਿਹੜੀ ਤੁਹਾਡੀ ਸਮਝ ਦੀ ਪਰਿਪੱਕਤਾ ਦੇ ਵਿੱਚ ਸਹਾਈ ਹੋਈ? ਬਿਲਕੁਲ ਜੀ, ਇਹ ਸਭ ਚੀਜ਼ਾਂ ਆ ਜਿਹੜੇ ਜਦੋਂ ਅਸੀਂ ਵਿਚਰਦੇ ਆ, ਜਿਸ ਤਰ੍ਹਾਂ ਰਿਸ਼ਤਿਆਂ ਦੀ ਤੁਸੀਂ ਗੱਲ ਕੀਤੀ ਆ, ਰਿਸ਼ਤਿਆਂ 'ਚ ਵਿਚਰਦੇ ਆ, ਇਹ ਸਾਰੀਆਂ ਹੀ ਚੀਜ਼ਾਂ, ਇਸ ਤੋਂ ਇਲਾਵਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਸਾਹਿਤ ਰਚ ਸਕਦੇ ਹੋ। ਤੁਸੀਂ ਸਾਹਿਤ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹੜੀ ਉਹ ਤੁਹਾਨੂੰ ਹਵਾ 'ਚੋਂ ਆਏਗੀ ਜਾਂ ਦੋ ਅਸਮਾਨ ਤੋਂ ਉਤਰ ਕੇ ਆਏਗੀ। ਸਭ ਕੁਝ ਤੁਸੀਂ ਆਸੇ-ਪਾਸੇ ਤੋਂ ਹੀ ਗ੍ਰਹਿਣ ਕਰਦੇ ਹੋ। ਤੁਸੀਂ ਨੌਕਰੀ ਕਰਦੇ ਹੋ, ਤੁਸੀਂ ਦਫ਼ਤਰ ਜਾਂਦੇ ਹੋ, ਤੁਸੀਂ ਆਪਣੇ ਕੁਲੀਗਸ 'ਚ ਬੈਠਦੇ ਹੋ, ਤੁਸੀਂ ਰਿਸ਼ਤੇਦਾਰੀਆਂ 'ਚ ਵਿਚਰਦੇ ਹੋ, ਤੁਸੀਂ ਰਿਸ਼ਤੇ ਨਿਭਾਉਂਦੇ ਹੋ, ਪਤੀ ਪਤਨੀ, ਮਾਂ ਬਹੂ, ਸਾਰਾ ਕੁਝ। ਉਹਨਾਂ ਵਿੱਚੋਂ ਹੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਨਿਕਲ ਕੇ ਆਉਂਦੀਆਂ ਆ ਸਾਹਮਣੇ, ਤੇ ਉਹ ਕਿਸੇ ਨਾ ਕਿਸੇ ਰੂਪ ਵਿੱਚ, ਸਿੱਧੇ ਰੂਪ 'ਚ ਤਾਂ ਨਹੀਂ ਮੈਂ ਕਹਿੰਦੀ, ਪਰ ਅਸਿੱਧੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਘਰ ਕਰ ਜਾਂਦੀਆਂ ਆ ਸਾਡੇ ਮਨ ਦੇ ਵਿੱਚ। ਤੇ ਉਹ ਕਦੋਂ ਉਹਦਾ ਪੁੰਗਾਰਾ ਫੁੱਟ ਕੇ ਕਿਸ ਵੇਲੇ ਕਹਾਣੀ ਦਾ ਰੂਪ ਲੈ ਲੇਗਾ ਜਾਂ ਕੋਈ ਸਾਹਿਤ ਦਾ ਰੂਪ ਲੈ ਲੇਗਾ, ਉਹ ਸਾਨੂੰ ਵੈਸੇ ਉਸ ਵੇਲੇ ਤਾਂ ਨਹੀਂ ਪਤਾ ਹੁੰਦਾ, ਪਰ ਉਹ ਚੀਜ਼ਾਂ ਤੁਹਾਡੇ ਅੰਦਰ ਕਿਤੇ ਨਾ ਕਿਤੇ ਜਮ੍ਹਾਂ ਹੁੰਦੀਆਂ ਰਹਿੰਦੀਆਂ ਆ ਜਦੋਂ ਤੁਸੀਂ ਵਿਚਰਦੇ ਹੋ, ਸਮਾਜ 'ਚ ਵਿਚਰਦੇ ਹੋ, ਰਿਸ਼ਤੇਦਾਰੀਆਂ 'ਚ ਵਿਚਰਦੇ ਹੋ। ਉਹ ਸਾਰੀਆਂ ਚੀਜ਼ਾਂ ਦਾ ਬਹੁਤ ਹੀ ਅਸਰ ਪੈਂਦਾ ਆ ਕਿਸੇ ਵੀ ਲੇਖਕ ਦੇ ਉੱਤੇ, ਭਾਵੇਂ ਉਹ ਔਰਤ ਲੇਖਕ ਹੈ ਜਾਂ ਉਹ ਮਰਦ ਲੇਖਕ ਹੈ। ਹਾਂ, ਲੇਖਕ ਤਾਂ ਲੇਖਕ ਹੈ। ਇੱਕ ਜਿਹੜੀ ਤੁਹਾਡੀ ਕਹਾਣੀ ਦੀ ਮੁੱਖ ਸੁਰ ਹੈ ਉਹ ਔਰਤ ਦੇ ਦੁਆਲੇ ਕੇਂਦਰਿਤ ਹੈ ਜੀ। ਇਹਦੇ ਕਾਰਨ ਇੱਕ ਤੋਂ ਵਧੇਰੇ ਵੀ ਹੋ ਸਕਦੇ ਆ ਜੀ, ਕਿ ਇਹਦੇ ਬਾਰੇ ਥੋੜਾ ਜੇ ਦੱਸਣ ਦਾ ਯਤਨ ਕਰੋ ਜੀ ਕਿ ਇਹ ਸੁਰ, ਇਹ ਤ੍ਰਿਪਤਾ ਕੁੜੀ ਜਾਂ ਔਰਤ ਹੋਣ ਕਰਕੇ ਆ ਜਾਂ ਕੋਈ ਹੋਰ ਵਜ੍ਹਾ ਹੈ? ਸਭ ਤੋਂ ਵੱਡੀ ਵਜ੍ਹਾ ਤਾਂ ਵੈਸੇ ਔਰਤ ਹੋਣ ਕਰਕੇ ਹੀ ਮੈਂ ਜ਼ਿਆਦਾ ਮਹਿਸੂਸ ਕਰਦੀ ਆ, ਪਰ ਉਸ ਤੋਂ ਵੀ ਜ਼ਿਆਦਾ ਇਹ ਹੁੰਦਾ ਹੈ ਕਿ ਇੱਕ ਸੰਵੇਦਨਸ਼ੀਲ ਔਰਤ ਆ ਮੈਂ, ਤੇ ਮੈਂ ਔਰਤ ਹੋਣ ਦੇ ਨਾਤੇ ਬੀਇੰਗ ਅ ਫੀਮੇਲ, ਮਤਲਬ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਚੀਜ਼ਾਂ ਨੂੰ ਜ਼ਿਆਦਾ ਬਾਰੀਕੀ ਨਾਲ ਜਾਂ ਬਰੀਕ ਨੁਕਤਾ ਨਿਗਾਹ ਦੇ ਨਾਲ ਚੀਜ਼ਾਂ ਨੂੰ ਦੇਖਦੀ ਆ, ਮਹਿਸੂਸ ਕਰਦੀ ਆ, ਜੋ ਆਲੇ ਦੁਆਲੇ ਸਾਡੇ ਵਾਪਰਦਾ ਹੈਗਾ ਆ, ਜਾਂ ਮੇਰੇ ਨਾਲ ਵੀ ਜੋ ਕੁਝ ਚੀਜ਼ਾਂ ਹੁੰਦੀਆਂ ਆ, ਉਹ ਦੇਖਣ ਨੂੰ ਭਾਵੇਂ ਉਹ ਇਦਾਂ ਲੱਗਦਾ ਹੈ ਕਿ ਸਭ ਕੁਝ ਠੀਕ ਹੈ, ਪਰ ਕਈ ਵਾਰੀ ਬਹੁਤ ਬਾਰੀਕ ਗੱਲਾਂ ਹੁੰਦੀਆਂ ਆ ਜਿਹੜੀਆਂ ਮੈਨੂੰ ਕਿਤੇ ਨਾ ਕਿਤੇ ਅੰਦਰ ਮੇਰੇ ਚੋਭ ਲਾਉਂਦੀਆਂ ਆ, ਤੇ ਉਹ ਮੈਂ ਇਹ ਮਹਿਸੂਸ ਕਰਦੀ ਆ ਕਿ ਜੇ ਮੇਰੀਆਂ ਕਹਾਣੀਆਂ ਔਰਤ ਦੀਆਂ ਜਾਂ ਮਨੋਸਥਿਤੀਆਂ ਦੇ ਦੁਆਲੇ ਘੁੰਮਦੀਆਂ ਆ, ਤੇ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਮੈਂ ਇੱਕ ਔਰਤ ਹਾਂ, ਤੇ ਮੈਂ ਜ਼ਿਆਦਾ ਬਰੀਕੀ ਨਾਲ ਔਰਤ ਦੀਆਂ ਪ੍ਰੋਬਲਮ ਨੂੰ, ਮੁਸ਼ਕਿਲਾਂ ਨੂੰ, ਉਹਦੀ ਮਾਨਸਿਕਤਾ ਨੂੰ, ਉਹਦੇ ਅੰਦਰੂਨੀ ਦਵੰਦਾਂ ਨੂੰ ਅੱਛੇ ਨਾਲ ਸਮਝਦੀ ਹਾਂ। ਇਹ ਔਰਤ ਹੋਣਾ, ਔਰਤਾਂ ਬਾਰੇ ਕਹਾਣੀ ਕਹਿਣੀ, ਤੁਹਾਡੇ ਤੋਂ ਪਹਿਲਾਂ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਇਹ ਕੁਝ ਇੱਕ ਵੱਡੇ ਨਾਵਾਂ ਵਿੱਚੋਂ ਨਾਮ ਸੀ ਜੀ, ਕਿ ਜਿਨ੍ਹਾਂ ਨੇ ਔਰਤ ਦੀ ਬਾਤ ਪਾਈ, ਔਰਤ ਦੀ ਹੋਂਦ ਦੀ ਬਾਤ ਪਾਈ ਜੀ। ਉਹ ਚਾਹੇ ਮੈਡਮ ਟਿਵਾਣਾ, ਚਾਹੇ ਅੰਮ੍ਰਿਤਾ ਪ੍ਰੀਤਮ ਜੀ, ਚਾਹੇ ਅਜੀਤ ਕੌਰ ਹੋਣੀ ਹੋਣ ਜੀ, ਉਹ
ਲੱਗਦਾ ਕਿ ਸਾਡੀ ਪਹਿਲੀ ਪੀੜ੍ਹੀ ਦੀਆਂ ਕਹਾਣੀਕਾਰਾਂ ਸੀ ਜੀ ਕਿ ਜਿਨ੍ਹਾਂ ਨੇ ਔਰਤ ਦੀ ਆਪਣੇ ਸਮਕਾਲ ਦੇ ਵਿੱਚ ਜੋ ਹੋਂਦ ਹੈ ਜੀ ਉਹਦਾ ਜ਼ਿਕਰ ਕੀਤਾ। ਤੁਸੀਂ ਉਦੋਂ ਅਗਲੀ ਪੀੜ੍ਹੀ ਦੇ ਵਿੱਚ ਜਾਂ ਤੀਜੀ ਪੀੜ੍ਹੀ ਦੇ ਵਿੱਚ ਉਸ ਦੇ ਵਿੱਚ ਆ ਜਾਂਦੇ ਹੋ। ਜੀ ਤੁਹਾਨੂੰ ਜਿਹੜਾ ਤੁਹਾਡੇ ਸਮਕਾਲ ਦੇ ਵਿੱਚ ਹੋ ਵਾਪਰ ਰਿਹਾ, ਜੀ ਤੁਹਾਨੂੰ ਇਹ ਲੱਗਦਾ ਕਿ ਉਹ ਜਿਹੜੀ ਹੁਣ ਦੀ ਕਹਾਣੀ ਹੈ ਉਹਨੇ ਪੂਰੀ ਤਰ੍ਹਾਂ ਪਕੜ ਸਕਿਆ ਕਿ ਨਹੀਂ ਪਕੜ ਸਕਿਆ? ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਔਰਤ ਦੀ ਜਿਹੜੀ ਜ਼ਿੰਦਗੀ ਵਿਚਲੀ ਖਲਲ ਹੈ ਜੀ ਉਹਨੂੰ ਤੁਸੀਂ ਜ਼ਿਆਦਾ ਮਹਿਸੂਸ ਕਰ ਸਕਦੇ ਹੋ। ਜੀ ਬਿਲਕੁਲ। ਤੁਹਾਨੂੰ ਕੀ ਲੱਗਦਾ ਕਿ ਪਕੜ ਸਕੀ ਕਿ ਨਹੀਂ ਪਕੜ ਸਕੀ ਸਮੇਤ ਤੁਹਾਡੀਆਂ ਕਹਾਣੀਆਂ ਨੇ? ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਆ, ਪਹਿਲਾਂ ਜਿਹੜੀਆਂ ਸਾਡੀਆਂ ਪਹਿਲਾਂ ਫੀਮੇਲ ਲੇਖਿਕਾਵਾਂ ਆ ਜਾਂ ਹਾਂਜੀ। ਲੇਖਕ ਹੈਗੇ ਆ, ਉਹਨਾਂ ਨੇ ਔਰਤ ਦੇ ਜਾਂ ਮਨੋਸਥਿਤੀਆਂ ਨੂੰ ਜਾਂ ਆਪਣੇ ਸਮਕਾਲ ਨੂੰ ਉਹਨਾਂ ਨੇ ਬਹੁਤ ਅੱਛੇ ਨਾਲ ਆਪਣੀਆਂ ਰਚਨਾਵਾਂ ਦੇ ਵਿੱਚ ਲੈ ਕੇ ਆਂਦਾ ਆ। ਜਿੱਦਾਂ ਜਿੱਦਾਂ ਸਮਾਂ ਅੱਗੇ ਵੱਧਦਾ ਜਾਂਦਾ ਆ, ਲਾਈਫ ਦੀ ਜਿਹੜੀ ਕੰਪਲੈਕਸ ਹੋਈ ਜਾਂਦੀ ਹੈ, ਉਸੇ ਤਰ੍ਹਾਂ ਹੀ ਮਾਨਸਿਕਤਾ ਵੀ ਮਨੁੱਖ ਦੀ ਜਿਹੜੀ ਹੈ, ਉਹ ਭਾਵੇਂ ਔਰਤ ਹੈ ਭਾਵੇਂ ਮਰਦ ਹੈਗੀ ਆ, ਉਹ ਵੀ ਉਸੇ ਤਰ੍ਹਾਂ ਹੀ ਕੰਪਲੈਕਸ ਹੋਈ ਜਾਂਦੀ ਹੈ। ਕਿ ਮਸਲੇ ਬਹੁਤ ਸ਼ੁਰੂਆਤੀ ਦੌਰ ਦੇ ਵਿੱਚ ਮਸਲੇ ਔਰਤ ਦੇ ਹੋਰ ਤਰ੍ਹਾਂ ਦੇ ਸੀਗੇ। ਹਾਂ। ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ ਉਸ ਤਰ੍ਹਾਂ ਲੱਗਦਾ ਸੀਗਾ ਕਿ ਮਸਲੇ ਜਿਹੜੇ ਆ ਉਹ ਹੁਣ ਹੋਰ ਤਰ੍ਹਾਂ ਦੇ ਹੋ ਰਹੇ ਹੈਗੇ ਆ। ਤੇ ਅੱਜ ਮੈਂ ਕਹਾਣੀ ਲਿਖ ਰਹੀ ਆ ਜਾਂ ਮੇਰੇ ਸਮਕਾਲੀਨ ਔਰਤ ਲੇਖਿਕਾਵਾਂ ਜਾਂ ਮਰਦ ਲੇਖਕ ਜਿਹੜੀ ਕਹਾਣੀ ਲਿਖ ਰਹੇ ਹੈਗੇ ਆ, ਉਹਨੂੰ ਜਿਹੜੇ ਅੱਜ ਦੀ ਔਰਤ ਦੇ ਜਿਹੜੇ ਮਸਲੇ ਹੈਗੇ ਆ, ਉਹਨਾਂ ਦੀ ਕਹਾਣੀ ਰਿਪਰੈਜ਼ੈਂਟ ਕਰਦੀ ਹੈ ਸਮੇਤ ਮੇਰੀ ਕਹਾਣੀ ਦੇ। ਕਿ ਬਦਲਾਵ ਹੈ ਉਸ ਕਹਾਣੀ 'ਚ ਤੇ ਅੱਜ ਦੀ ਕਹਾਣੀ ਦੇ ਵਿੱਚ ਕਾਫੀ ਬਦਲਾਵ ਦੇਖਣ ਨੂੰ ਮਿਲ ਰਹੇ ਆ। ਔਰ ਜਿਹੜੇ ਬਦਲਾਵ ਸਾਡੇ ਸਮਾਜਿਕ ਰਿਸ਼ਤਿਆਂ ਦੇ ਵਿੱਚ ਆ ਰਹੇ ਹੈਗੇ ਆ, ਮਾਨਸਿਕਤਾ ਦੇ ਵਿੱਚ ਆ ਰਹੇ ਹੈਗੇ ਆ, ਸਾਡੇ ਅੱਜ ਦੇ ਜਿਹੜੇ ਜੋ ਵੀ ਕਹਾਣੀ ਲਿਖ ਰਹੇ ਹੈਗੇ ਆ, ਸਮਰੱਥ ਹੈਗੇ ਆ, ਉਹ ਸਾਰੀ ਸੁਰ ਨੂੰ ਪਕੜਨ ਦੇ ਵਿੱਚ ਬਹੁਤ ਅੱਛੇ ਨਾਲ ਸਾਹਮਣੇ ਚੀਜ਼ਾਂ ਆ ਰਹੀਆਂ ਹੈਗੀਆਂ ਆ। ਸਾਡੀਆਂ ਔਰਤ ਲੇਖਿਕਾਵਾਂ ਜਿਹੜੀਆਂ ਹੈਗੀਆਂ, ਉਹਨਾਂ ਦੀ ਕਹਾਣੀ ਦੇ ਵਿੱਚ ਬਹੁਤ ਹੀ ਬਾਰੀਕ ਸੁਰ ਜਿਹੜੀ ਹੈਗੀ ਆ, ਉਹ ਜਿਹੜੀ ਔਰਤ ਦੀ ਮਾਨਸਿਕਤਾ ਦੀ ਉਹ ਪਕੜ ਕੇ ਉਹਨੂੰ ਤੇ ਆਪਣੀ ਕਹਾਣੀ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ। ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੀ ਕਹਾਣੀ ਦੀ ਪੁਸਤਕ ਇੱਕ ਦਿਨ ਵੱਲ ਅੱਗੇ ਵਧੀਏ, ਜੀ ਇੱਕ ਸਵਾਲ ਮੇਰੇ ਜ਼ਿਹਨ 'ਚ ਇਹ ਵੀ ਆਉਂਦਾ ਹੈ ਕਿ ਸਾਹਿਤ ਜਾਂ ਕਹਾਣੀ ਤੇ ਜੀਵਨ, ਲਾਈਫ, ਉਹਦਾ ਜਿਹੜਾ ਰਿਸ਼ਤਾ ਆ ਇਹ ਕਿਸ ਤਰ੍ਹਾਂ ਦਾ ਹੁੰਦਾ ਕਿ ਸਾਹਿਤ ਹੈ ਜਿਹੜਾ ਉਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ ਜਾਂ ਜ਼ਿੰਦਗੀ ਦੀ ਖੂਬਸੂਰਤੀ ਬਦਸੂਰਤੀ ਨੂੰ ਪੇਸ਼ ਕਰਨ ਦਾ ਸਾਧਨ ਬਣਦਾ? ਜੀ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ? ਇਹਦੇ ਬਾਰੇ ਮੈਂ ਇੱਕ ਛੋਟੀ ਜਿਹੀ ਗੱਲ ਦਾ ਜ਼ਿਕਰ ਕਰਨਾ ਚਾਹਾਂਗੀ। ਮੈਂ ਗੁਰਦੇਵ ਸਿੰਘ ਰੁਪਾਣਾ ਹੋਣਾ ਦੇ ਉੱਤੇ ਮੇਰਾ PhD ਦਾ ਕੰਮ ਹੈ ਤੇ ਉਹਨਾਂ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀਗੀ। ਤੇ ਕਹਾਣੀ ਬਾਰੇ ਵੀ ਜਦੋਂ ਅਸੀਂ ਗੱਲਾਂ ਕਰਨੀਆਂ ਬਹੁਤ ਲੰਬੀ ਚੌੜੀ ਉਹਨਾਂ ਦੇ ਨਾਲ ਅਸੀਂ ਕਹਾਣੀ ਤੇ ਕਰਦੇ ਹੁੰਦੇ ਸੀਗੇ। ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਕਹਾਣੀ ਕੀ ਹੁੰਦੀ ਹੈ, ਸਰ ਤੁਸੀਂ ਦੱਸੋ ਕਹਾਣੀ ਕੀ ਹੁੰਦੀ ਹੈ? ਉਹਨਾਂ ਨੇ ਮੈਨੂੰ ਕਹਿਣਾ ਕਿ ਤੂੰ ਦੱਸ ਕਹਾਣੀ ਕੀ ਹੁੰਦੀ ਹੈ। ਤੇ ਮੈਂ ਕਹਿਣਾ ਕਿ ਕਹਾਣੀ ਮਤਲਬ ਜਿਹੜੀ ਜ਼ਿੰਦਗੀ ਹੈ, ਜੋ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦਾ ਆ ਜਾਂ ਕੁਝ ਵੀ ਹੈ, ਤਾਂ ਉਹਨਾਂ ਨੇ ਮੈਂ ਕਿਹਾ ਉਹ ਕਹਾਣੀ ਅਸੀਂ ਲਿਖਦੇ ਹਾਂ। ਕਹਿੰਦੇ ਨਹੀਂ, ਕਹਾਣੀ ਉਹਨਾਂ ਦੇ ਜਾਚੇ ਕਿ ਕਹਾਣੀ ਇਹ ਹੁੰਦੀ ਹੈ ਕਿ ਕਹਾਣੀ ਸੱਚ ਨਹੀਂ ਹੁੰਦੀ। ਕੋਈ ਵੀ ਕਹਾਣੀ ਐਜ਼ ਇਟ ਇਜ਼ ਨਹੀਂ ਤੁਸੀਂ ਲਿਖ ਸਕਦੇ ਵੀ ਜਿੱਥੇ ਕਿਤੇ ਘਟਨਾ ਵਾਪਰੀ ਉਹ ਕਹਾਣੀ ਨਹੀਂ, ਕਿਉਂਕਿ ਫਿਕਸ਼ਨ ਦਾ ਹਿੱਸਾ ਹੈ। ਬਿਲਕੁਲ। ਉਹ ਕਹਿੰਦੇ ਹੁੰਦੇ ਆ ਕਹਾਣੀ ਨਹੀਂ ਸੱਚੀ ਹੁੰਦੀ, ਕਹਾਣੀ ਦੇ ਵਿੱਚ ਸੱਚ ਪਿਆ ਹੁੰਦਾ। ਬਿਲਕੁਲ। ਤੇ ਉਹ ਜ਼ਿੰਦਗੀ ਕਿਸ ਤਰ੍ਹਾਂ ਦੀ ਆ ਉਹ ਪ੍ਰੈਜ਼ੈਂਟ ਕਰਦੀ ਹੈ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਲਾਈਫ ਜਿਹੜੀ ਹੈ, ਸਾਡੀ ਜ਼ਿੰਦਗੀ ਹੋਣੀ ਕਿਸ ਤਰ੍ਹਾਂ ਦੀ ਚਾਹੀਦੀ ਆ, ਉਹ ਵੀ ਉਸ ਕਹਾਣੀ ਦੇ ਵਿੱਚ ਹੀ ਪਿਆ ਹੁੰਦਾ ਆ ਵੀ ਹੈ ਕੀ ਆ ਅਸਲ ਦੇ ਵਿੱਚ ਤੇ ਹੋਣਾ ਕੀ ਚਾਹੀਦਾ ਆ। ਇਹੀ ਕਹਾਣੀ ਹੈ। ਬਿਲਕੁਲ। ਇਹ ਤੁਹਾਡਾ ਉਹਨਾਂ ਦੇ ਹਵਾਲੇ ਨਾਲ ਕੀਤੀ ਉਹ ਗੱਲ ਕਿ ਕਹਾਣੀ ਜ਼ਿੰਦਗੀ ਦਾ ਯਥਾਰਥ ਨਹੀਂ ਹੁੰਦੀ, ਪਰ ਕਹਾਣੀ ਦੇ ਵਿੱਚ ਜ਼ਿੰਦਗੀ ਦਾ ਯਥਾਰਥ ਪਿਆ ਹੁੰਦਾ ਜਾਂ ਕਹਾਣੀ ਸੱਚ ਦੇ ਨੇੜੇ ਤੇੜੇ ਹੁੰਦੀ ਹੈ। ਮੈਨੂੰ ਯਾਦ ਹੈ ਜਦੋਂ ਤੁਹਾਡੀ ਇਹ ਪੁਸਤਕ ਆਉਂਦੀ ਹੈ ਇੱਕ ਦਿਨ, ਜਦੋਂ ਮੈਂ ਵੀ ਪੜ੍ਹੀ, ਹੋਰ ਵੀ ਸਾਡੇ ਪਾਠਕਾਂ ਨੇ ਪੜ੍ਹੀ, ਤੇ ਉਹਦੇ ਮੁੱਖ ਬੰਦ ਵਿੱਚ ਸਾਡੇ ਪ੍ਰਸਿੱਧ ਵਿਦਵਾਨ ਡਾਕਟਰ ਕਰਮਜੀਤ ਸਿੰਘ ਹੋਰੀ ਇਹਨੂੰ ਔਰਤ ਮਰਦ ਦੇ ਅੰਦਰੂਨੀ ਅਤੇ ਬਾਹਰੀ ਰਿਸ਼ਤਿਆਂ ਦੀ ਵਿਆਕਰਣ ਦਾ ਨਾਮ ਦਿੰਦੇ ਆ। ਇੱਕ ਹੋਰ ਥਾਂ
ਨਾਰੀ ਮਨ ਦੇ ਥਾਹ ਪਾਉਣ ਵਾਲੀ ਗੱਲ, ਜਿਹੜੀ ਗੱਲ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਜੀ ਕਿ ਤੁਹਾਡੀ ਜਿਹੜੀ ਕਹਾਣੀ ਹੈ ਇਹ ਮੁੱਖ ਤੌਰ ਤੇ ਔਰਤ ਦੇ ਸਮਾਜ ਦੇ ਵਿਚਲੇ ਜਿਹੜੇ ਬਾਕੀ ਰਿਸ਼ਤੇ ਆ ਉਹ ਕਿਸ ਤਰ੍ਹਾਂ ਨਿਭਾਉਂਦੀ ਹੈ, ਕਿਸ ਤਰ੍ਹਾਂ ਨਿਭਦੇ ਆ, ਇਹਦੇ ਤੇ ਕੇਂਦਰਿਤ ਹੁੰਦੀ ਹੈ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੋਈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਮੇਰੀ ਕਹਾਣੀ ਦੇ ਵਿੱਚ ਔਰਤ ਮਰਦ ਦੇ ਹਾਂ। ਰਿਸ਼ਤਿਆਂ ਦੀ ਗੱਲ ਹੁੰਦੀ ਹਾਂਜੀ, ਹੈ, ਰਿਸ਼ਤਾ ਹਾਂ। ਚਾਹੇ ਕੋਈ ਵੀ ਡਾਕਟਰ ਹੋਵੇ। ਕਰਮਜੀਤ ਸਿੰਘ ਹੋਰਾਂ ਦੇ ਹਵਾਲੇ ਜੀ, ਨਾਲ, ਡਾਕਟਰ ਹਾਂਜੀ। ਕਰਮਜੀਤ ਹੋਰਾਂ ਨੇ ਮੇਰੀ ਕਹਾਣੀ ਦੀ ਕਿਤਾਬ ਦਾ ਜਿਹੜਾ ਉਹ ਮੁਖਬੰਦ ਹਾਂ, ਲਿਖਿਆ, ਮੁਖਬੰਦ ਉਹਦੇ ਵਿੱਚ ਲਿਖਿਆ ਉਹਨਾਂ ਨੇ ਉਹਦਾ। ਵੈਸੇ ਉਹ ਬਹੁਤ ਹੀ ਵਿਸਥਾਰਿਤ ਹੈਗਾ ਆ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਆ। ਜਿੱਥੇ ਤੱਕ ਮੈਂ ਸਮਝਦੀ ਹਾਂ, ਜੇ ਮੈਂ ਆਪਣੇ ਤੌਰ ਤੇ ਇਸ ਚੀਜ਼ ਦੀ ਗੱਲ ਕਰਾਂ, ਹਾਂਜੀ। ਮੈਂ ਇੱਕ ਛੋਟਾ ਜਿਹਾ ਜ਼ਿਕਰ ਕਰਨਾ ਚਾਹਾਂਗੀ। ਖਾਲਸਾ ਕਾਲਜ ਦੇ ਵਿੱਚ ਇੱਕ ਫੰਕਸ਼ਨ ਹੋਇਆ ਸੀਗਾ ਤੇ ਉੱਥੇ ਮੈਡਮ ਰਮਿੰਦਰ ਜੀ ਨੇ ਕਿਹਾ ਹੈ ਕਿ ਔਰਤ ਕਹਾਣੀਕਾਰਾਂ ਦੀ ਕਹਾਣੀ ਅਜੇ ਤੱਕ ਉਹ ਉਹਨਾਂ ਦੇ ਆਪਣੇ ਮਸਲਿਆਂ ਦੁਆਲੇ ਘੁੰਮਦੀ ਪਈ ਹੈ ਤੇ ਉਹ ਉਹਨਾਂ ਦੇ ਵਿੱਚੋਂ ਰਾਜਨੀਤਿਕ ਸੂਝ ਨਹੀਂ ਮਿਲ ਰਹੀ ਹੈ, ਕੁਝ ਇਸ ਤਰ੍ਹਾਂ ਦੀ ਗੱਲਬਾਤ। ਤੇ ਫਿਰ ਜਦੋਂ ਮੈਨੂੰ ਮੌਕਾ ਮਿਲਿਆ ਤੇ ਮੈਂ ਕਿਹਾ ਕਿ ਉਹ ਸਮਾਂ ਵੀ ਆਏਗਾ ਕਿ ਜਦੋਂ ਔਰਤਾਂ ਜਿਹੜੀਆਂ ਹੈਗੀਆਂ ਆ ਉਹ ਰਾਜਨੀਤਿਕ ਸੂਝ ਦੀ ਵੀ ਗੱਲ ਕਰਨਗੀਆਂ, ਹੋਰ ਵਿਸ਼ਿਆਂ ਤੇ ਵੀ ਲਿਖਣਗੀਆਂ, ਪਰ ਅਜੇ ਔਰਤ ਹਾਲੇ ਸਟਰਗਲ ਕਰ ਰਹੀ ਹੈ ਆਪਣੇ ਸਵੈ ਲਈ, ਆਪਣੀ ਹੋਂਦ ਲਈ। ਜਦੋਂ ਤੱਕ ਉਹਨੂੰ ਆਪਣੀ ਹੋਂਦ ਦੀ ਤਲਾਸ਼ ਹੈ, ਉਹਨੂੰ ਆਪਣੀ ਹੋਂਦ ਹੀ ਨਹੀਂ ਹਲੇ ਤੱਕ ਮਿਲ ਰਹੀ ਹੈਗੀ ਜਾਂ ਤੇ ਉਹ ਉਦੋਂ ਤੱਕ ਸਿਰਫ ਆਪਣੇ ਬਾਰੇ ਹੀ ਸੋਚੇਗੀ, ਆਪਣੀਆਂ ਹੀ ਜਿਹੜੀਆਂ ਉਹਦੀਆਂ ਮੁਸ਼ਕਿਲਾਂ ਹੈਗੀਆਂ ਉਹਨਾਂ ਬਾਰੇ ਸੋਚੇਗੀ। ਉਹਨਾਂ ਤੋਂ ਫਿਰ ਅੱਗੇ ਗੱਲ ਤਾਂ ਆਏਗੀ ਕਿ ਜਦੋਂ ਉਹਦੀਆਂ ਖੁਦ ਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ ਫਿਰ ਉਹ ਦੂਸਰੀਆਂ ਮੁਸ਼ਕਿਲਾਂ ਵੱਲ ਉਹਦਾ ਧਿਆਨ ਜਾਏਗਾ। ਪਰ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਹੈਗੀ। ਬਹੁਤ ਸਾਰੀਆਂ ਕਹਾਣੀਕਾਰਾਂ ਸਾਡੀਆਂ ਜਿਹੜੀਆਂ ਹੈਗੀਆਂ, ਸੁਰਿੰਦਰ ਨੀਰ ਜੀ ਹੈਗੇ ਆ, ਸਰਗੀ ਹੈਗੇ ਆ, ਉਹਨਾਂ ਨੇ ਹੋਰ ਵਿਸ਼ਿਆਂ ਨੂੰ ਵੀ ਛੋਇਆ ਹੈਗਾ ਆ ਬੜੇ ਅੱਛੇ ਦੇ ਨਾਲ ਤੇ ਬੜੀ ਵਧੀਆ ਗੱਲਬਾਤ ਹੁੰਦੀ ਹੈ ਕਹਾਣੀ ਦੇ ਵਿੱਚ। ਨਹੀਂ, ਕਈ ਇਦਾਂ ਦੇ ਵਿਸ਼ੇ ਵੀ ਆਪਣੀ ਕਹਾਣੀ 'ਚ ਆ ਰਿਹਾ, ਤੁਹਾਡੀਆਂ ਕਹਾਣੀਆਂ 'ਚ ਵੀ ਤੁਸੀਂ ਸਰਗੀ ਹੋਰਾਂ ਦਾ ਨਾਮ ਲਿਆ, ਉਹਨਾਂ ਦੀ ਕਹਾਣੀ ਦੇ ਵਿੱਚ ਵੀ ਆ ਰਹੇ ਆ। ਕੁਝ ਇੱਕ ਹੋਰ ਔਰਤ ਕਹਾਣੀਕਾਰਾਂ ਨੇ ਉਹਨਾਂ ਦੇ 'ਚ ਵੀ ਆ ਰਿਹਾ ਕਿ ਜਿਹਨਾਂ ਬਾਰੇ ਇਹ ਪਹਿਲਾਂ ਕਿਹਾ ਜਾਂਦਾ ਸੀ ਕਿ ਇਹ ਵਰਜਿਤ ਵਿਸ਼ੇ ਆ, ਇਹਨਾਂ ਤੇ ਕਹਾਣੀ ਨਹੀਂ ਉਸਾਰੀ ਜਾਣੀ ਚਾਹੀਦੀ। ਤੁਹਾਡੀ ਜਿਹੜੀ ਕਹਾਣੀ ਇੱਕ ਦਿਨ ਹੈ ਜਿਹਦਾ ਚਰਚਾ ਬਹੁਤ ਜ਼ਿਆਦਾ ਹੋਇਆ ਔਰ ਸਭ ਤੋਂ ਵੱਧ ਤੁਹਾਡੀਆਂ ਕਹਾਣੀਆਂ ਵਿੱਚੋਂ ਉਹ ਚਰਚਾ ਹੋਇਆ, ਉਹ ਕਹਾਣੀ ਦਾ ਜਿਹੜਾ ਸਿਰਲੇਖ ਹੈ ਕਿ ਇੱਕ ਔਰਤ ਹੈ, ਉਹਨੂੰ ਜ਼ਿੰਦਗੀ ਦੇ ਵਿੱਚ ਪਦਾਰਥਕ ਸੁੱਖਾਂ ਦੀ ਕੋਈ ਘਾਟ ਨਹੀਂ, ਪਰ ਫਿਰ ਵੀ ਉਹ ਜਦੋਂ ਉਹਦੇ ਜਨਮ ਦਿਨ ਤੇ ਉਹਦਾ ਪਤੀ ਉਸ ਪਾਤਰ ਦਾ, ਆਸ਼ੂ ਦਾ, ਉਹ ਚਾਹੁੰਦਾ ਹੈ ਕਿ ਮੈਂ ਕੋਈ ਮਹਿੰਗੀ ਤੋਂ ਮਹਿੰਗਾ ਤੋਹਫਾ ਦੇਵਾਂ ਤੇ ਉਹ ਰਹੱਸ ਰਹਿੰਦਾ ਹੈ ਕਿ ਜਦੋਂ ਉਹ ਰਹੱਸ ਖੋਲ੍ਹਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਨੂੰ ਇੱਕ ਦਿਨ ਦੇ ਦਿਓ ਜਦੋਂ ਮੈਂ ਨਾ ਕਿਸੇ ਦੀ ਧੀ ਹੋਵਾਂ, ਨਾ ਮੈਂ ਕਿਸੇ ਦੀ ਭੈਣ ਹੋਵਾਂ, ਨਾ ਕਿਸੇ ਦੀ ਪਤਨੀ ਹੋਵਾਂ, ਨਾ ਕਿਸੇ ਬੱਚੇ ਦੀ ਮਾਂ ਹੋਵਾਂ, ਨਾ ਕਿਸੇ ਦੀ ਨੂੰਹ ਹੋਵਾਂ, ਨਾ ਕੋਈ ਹੋਰ ਮੇਰਾ ਰਿਸ਼ਤਾ ਹੋਵੇ, ਕਿ ਸਿਰਫ ਜਿਹੜੀ ਇੱਕ ਮੇਰੀ ਹੋਂਦ ਹੈ, ਐਗਜ਼ਿਸਟੈਂਸ ਆ, ਇਹੀ ਹੋਵੇ। ਜਦੋਂ ਤੁਸੀਂ ਇਹ ਕਹਾਣੀ ਲਿਖ ਰਹੇ ਸੀਗੇ, ਆਸ਼ੂ ਨਾਂ ਦਾ ਪਾਤਰ ਉਸਾਰ ਰਹੇ ਸੀਗੇ, ਉਸ ਵੇਲੇ ਤੁਹਾਡੀ ਮਾਨਸਿਕਤਾ ਦੇ ਵਿੱਚ ਕੀ ਇਹ ਗੱਲ ਬੈਠੀ ਹੋਈ ਸੀ? ਮੇਰੀ ਮਾਨਸਿਕਤਾ ਦੇ ਵਿੱਚ ਇਸ ਕਹਾਣੀ ਨੂੰ ਲੈ ਕੇ ਕੋਈ ਇੱਕ ਔਰਤ ਨਹੀਂ ਸੀ ਬੈਠੀ ਹੋਈ। ਮੇਰੀ ਮਾਨਸਿਕਤਾ ਦੇ ਵਿੱਚ ਮੇਰੇ ਸਮਕਾਲ ਦੇ ਵਿੱਚ ਵਿਚਰਦੀਆਂ ਬਹੁਤ ਹੀ ਸੈਂਕੜੇ ਔਰਤਾਂ ਉਸ ਵੇਲੇ ਘੁੰਮ ਰਹੀਆਂ ਸੀਗੀਆਂ ਤੇ ਉਹਨਾਂ ਦੀਆਂ ਕਹਾਣੀਆਂ ਮੇਰੇ ਮਨ ਦੇ ਅੰਦਰ ਚੱਲ ਰਹੀਆਂ ਸੀ ਜਦੋਂ ਮੈਂ ਇਹ ਕਹਾਣੀ ਲਿਖਦੀ ਪਈ ਹਾਂ। ਇੱਕ ਔਰਤ ਆ, ਉਹਦੇ ਕੋਲ ਸਭ ਕੁਝ ਹੈ, ਘਰ ਹੈ, ਪਰਿਵਾਰ ਹੈ, ਬੱਚੇ ਆ, ਅੱਛਾ ਹਸਬੈਂਡ ਹੈ, ਉਹ ਅੱਛੀ ਨੌਕਰੀ ਹੈ, ਉਹਦੇ ਹਸਬੈਂਡ ਦੀ ਚੰਗਾ ਪਰਿਵਾਰ ਹੈ, ਸਮਾਜਿਕ ਰੁਤਬਾ ਹੈ, ਸਭ ਕੁਝ ਹੈ। ਫਿਰ ਵੀ ਕਿਤੇ ਨਾ ਕਿਤੇ ਉਹਨੂੰ ਫੀਲ ਹੁੰਦਾ ਹੈ, ਉਹ ਮਹਿਸੂਸ ਕਰਦੀ ਆ ਕਿ ਅਜੇ ਵੀ ਇੱਕ ਵਲਗਣ ਹੈ, ਅਦ੍ਰਿਸ਼ ਵਲਗਣ, ਜਿਹਦੀ ਉਹ ਵਲਗਣ ਜਿਹੜੀ ਉਹ ਖੁਦ ਮਹਿਸੂਸ ਕਰਦੀ ਹੈ, ਪਰ ਸਮਾਜ ਨੂੰ ਉਹ ਵਲਗਣ ਨਜ਼ਰ ਨਹੀਂ ਆਉਂਦੀ। ਸਮਾਜ ਨੂੰ ਲੱਗਦਾ ਹੈ ਕਿ ਅੱਛੀ ਭਲੀ ਹੈ, ਚੰਗਾ ਭਲਾ ਹਸਬੈਂਡ ਹੈ, ਅੱਛੀ ਭਲੀ ਕਮਾਈ ਹੈ, ਕੋਠੀ ਹੈ, ਕਾਰ ਹੈ, ਸਭ ਕੁਝ ਹੈ, ਗਹਿਣੇ ਆ, ਕੱਪੜੇ ਆ, ਹਰ ਇੱਕ ਚੀਜ਼ ਹੈ, ਹਰ ਇੱਕ ਚੀਜ਼ ਅਵੇਲੇਬਲ ਹੈ ਉਹਦੇ ਲਈ। ਪਰ ਨਹੀਂ,
ਉਹਨੂੰ ਕਿਤੇ ਨਾ ਕਿਤੇ ਅਜੇ ਵੀ ਉਹਨੂੰ ਕਿਤੇ ਨਾ ਕਿਤੇ ਇਹ ਜਿਹੜੀ ਘਾਟ ਜਿਹੜੀ ਹੈਗੀ ਆ, ਉਹ ਜਿਹੜਾ ਇੱਕ ਅਦ੍ਰਿਸ਼ ਦਬਾਅ ਉਹਦੇ ਤੇ ਹੈਗਾ ਆ, ਜਿਹੜਾ ਕਿ ਫ੍ਰੀडम ਜਿਹੜਾ ਉਹਨੂੰ ਨਹੀਂ ਮਿਲ ਰਿਹਾ ਹੈਗਾ, ਉਹ ਫੀਲ ਕਰਦੀ ਆ ਆਪਣੇ ਆਪ ਨੂੰ। ਇੱਕ ਦਿਨ ਮੰਗਣਾ ਮਤਲਬ ਇਹ ਨਹੀਂ ਹੈ ਕਿ ਇੱਕ ਦਿਨ ਲਈ ਉਹਨੇ ਕੋਈ ਇਸ ਤਰ੍ਹਾਂ ਦਾ ਕੋਈ ਰਸਤਾ ਚੁਣਨਾ ਹੈ ਜਾਂ ਕਿਤੇ ਹੋਰ ਜਾਣਾ ਹੈ ਜਾਂ ਕੁਝ ਇਸ ਤਰ੍ਹਾਂ ਨਹੀਂ ਹੈਗਾ। ਇੱਕ ਸਵੈ ਦੀ ਤਲਾਸ਼ ਹੈ, ਰੱਜ ਕੇ ਜਿਉਣਾ ਚਾਹੁੰਦੀ ਆ, ਉਹ ਰੱਜ ਕੇ ਜਿਉਣਾ ਚਾਹੁੰਦੀ ਆ, ਆਪਣੀਆਂ ਟਰਮ ਐਂਡ ਕੰਡੀਸ਼ਨ ਤੇ ਜਿਉਣਾ ਚਾਹੁੰਦੀ ਆ। ਇਹ ਨਹੀਂ ਹੈ ਕਿ ਉਹ ਹਰ ਇੱਕ ਉਹਦਾ ਹਸਬੈਂਡ ਨੂੰ ਲੱਗਦਾ ਹੈ ਕਿ ਦੋ ਚੀਜ਼ਾਂ ਦਾ ਟਕਰਾਅ ਹੁੰਦਾ ਆ, ਉਹਦੇ ਹਸਬੈਂਡ ਨੂੰ ਲੱਗਦਾ ਕਿ ਇਹਨੂੰ ਕੀ ਪ੍ਰੋਬਲਮ ਹੈ, ਇਹਨੂੰ ਤਾਂ ਸਾਰਾ ਕੁਝ ਤਾਂ ਮੈਂ ਪ੍ਰੋਵਾਈਡ ਕਰਵਾ ਰਿਹਾ, ਗਹਿਣੇ ਪ੍ਰੋਵਾਈਡ ਕਰਵਾ ਰਿਹਾ, ਜਿੱਥੇ ਜਾਣਾ ਚਾਹੁੰਦੀ ਆ ਕੱਪੜੇ ਵਧੀਆ ਤੋਂ ਵਧੀਆ। ਮੀਨਸ ਕਿ ਜੇ ਉਹ ਕਹਿੰਦਾ ਹੈ ਕਿ ਮੇਰਾ ਹੀ ਜਿਹੜਾ ਟੇਸਟ ਹੈ ਬਹੁਤ ਉੱਚਾ ਆ, ਮੈਂ ਉੱਚੇ ਬ੍ਰਾਂਡਡ ਕੱਪੜਿਆਂ ਦਾ ਜਿਹੜਾ ਟੇਸਟ ਹੈ ਉਹ ਇਹਦਾ ਹੁਣ ਮੈਂ ਡਿਵੈਲਪ ਕਰ ਚੁੱਕਾ ਆ। ਜਿਹੜੀ ਡਾਕਟਰ ਰਮਿੰਦਰ ਹੋਰਾਂ ਦਾ ਰੈਫਰੈਂਸ ਦਿੱਤਾ ਸੀਗਾ ਜੀ ਆਹ ਕਹਾਣੀ ਜੇ ਕੋਈ ਧਿਆਨ ਨਾਲ ਪੜ੍ਹ ਲੈ ਜੀ ਤੇ ਉਹ ਇਹ ਕਹਿ ਨਹੀਂ ਸਕਦਾ ਕਿ ਔਰਤ ਜਿਹੜੀ ਹੈ ਉਹ ਆਪਣੇ ਨਿੱਜ ਦੀ ਗੱਲ ਕਰ ਰਹੀ ਹੈ। ਇਸ ਕਹਾਣੀ ਬਾਰੇ ਘੱਟੋ ਘੱਟ ਮੈਨੂੰ 10 ਜਾਗਦੇ ਸਿਰਾਂ ਵਾਲੀਆਂ ਔਰਤਾਂ ਨਾਲ ਮੇਰੀ ਗੱਲ ਹੋਈ ਹੈ ਜੀ। ਉਹ ਜਿਹੜੀਆਂ ਤੁਹਾਡੇ ਆਸ਼ੂ ਪਾਤਰ ਵਾਂਗੂ ਸੁੱਖ ਸਹੂਲਤਾਂ ਜ਼ਿੰਦਗੀ ਦੀਆਂ ਮਾਣ ਰਹੀਆਂ, ਉਹ ਇਹ ਕਹਿੰਦੀਆਂ ਸੀਗੀਆਂ ਕਿ ਤ੍ਰਿਪਤਾ ਨੇ ਮੇਰੀ ਕਹਾਣੀ ਲਿਖੀ ਆ, ਦੂਜੀ ਕਹਿੰਦੀ ਸੀ ਤ੍ਰਿਪਤਾ ਨੇ ਮੇਰੀ ਕਹਾਣੀ ਲਿਖੀ ਹੈ। ਜਦੋਂ ਇਹ ਲੱਗੇ ਤੇ ਮੈਨੂੰ ਐ ਲੱਗਦਾ ਕਿ ਇਦੋਂ ਵੱਡੀ ਪ੍ਰਵਾਨਗੀ ਕਿਸੇ ਰਚਨਾ ਦੀ ਹੋ ਨਹੀਂ ਸਕਦੀ। ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਜਦੋਂ ਮੈਂ ਇਹ ਕਹਾਣੀ ਪੜ੍ਹੀ ਸੀਗੀ, ਇਹਦੇ ਵਿੱਚ ਦੋ ਕੁ ਬਰੀਕੀਆਂ ਹੋਰ ਆ ਜਿਨ੍ਹਾਂ ਬਾਰੇ ਆਸ਼ੂ ਦੇ ਹਵਾਲੇ ਨਾਲ ਆਪਾਂ ਜ਼ਿਕਰ ਕਰ ਲਈਏ ਕਿ ਆਸ਼ੂ ਦਾ ਪਤੀ ਉਹਨੂੰ ਨੱਕ ਦਾ ਕੋਕਾ ਕੇ ਨੱਥ ਗਿਫਟ ਕਰਨੀ ਚਾਹੁੰਦਾ, ਪਰ ਜਿਹੜਾ ਆਸ਼ੂ ਦਾ ਜਵਾਬ ਹੈ ਕਿ ਬੜੀ ਦੇਰ ਤੋਂ ਮੈਂ ਇਹ ਨੱਥ ਪਾਈ ਨਹੀਂ ਤੇ ਜਿਹੜਾ ਸੁਰਾਖ ਹੈ ਇਹ ਬੰਦ ਹੋ ਗਿਆ। ਇਹ ਮੈਨੂੰ ਉਸ ਕਹਾਣੀ ਵਿੱਚ ਬਹੁਤ ਵੱਡਾ ਸੰਕੇਤ ਲੱਗਿਆ, ਕਿਉਂਕਿ ਨੱਥ ਜੇ ਆਪਾਂ ਜਾਨਵਰਾਂ ਤੋਂ ਕਰੀਏ ਕਿ ਜੇ ਕਿਸੇ ਦੇ ਅਥਰੇਪਣ ਨੂੰ ਕਾਬੂ ਕਰਨਾ ਹੈ ਤੇ ਉਹਨੂੰ ਨੱਥ ਲਾਓ ਕਿ ਇਹ ਵੀ ਕਿਤੇ ਇਹ ਉਸ ਤਰ੍ਹਾਂ ਦਾ ਚਿੰਨ੍ਹ ਸੀਗਾ ਜਿਹੜੇ ਚਿੰਨ੍ਹ ਤੋਂ ਅਸਲ ਦੇ ਵਿੱਚ ਆਸ਼ੂ ਦੀ ਬਗਾਵਤ ਹੈ। ਜੀ ਬਿਲਕੁਲ। ਨੱਥ ਜਿਹੜੀ ਹੈਗੀ ਆ, ਜਿੱਦਾਂ ਤੁਸੀਂ ਦੱਸਿਆ ਕਿ ਉਹਨੂੰ ਫੀਲ ਹੁੰਦਾ ਹੈ ਕਿ ਗੁਲਾਮੀ ਦੀ ਪ੍ਰਤੀਕ ਹੈ। ਉਸ ਤੋਂ ਪਹਿਲਾਂ ਵੀ ਜਿਹੜੀਆਂ ਚੀਜ਼ਾਂ ਆਉਂਦੀਆਂ ਹੈ, ਪੈਰਾਂ ਦੀਆਂ ਝਾਂਜਰਾਂ ਆ ਜਿਹੜੀਆਂ ਉਹ ਵੀ ਉਹ ਚੱਕ ਕੇ ਲੋਕਰ 'ਚ ਰੱਖ ਦਿੰਦੀ ਹੈ। ਜਿਹੜੇ ਕਿ ਵਰਤ ਵਗੈਰਾ ਕਰਦੇ ਹੈਗੇ ਆ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਰਿਚੁਅਲਸ ਹੈਗੇ ਆ, ਉਹਨਾਂ ਤੋਂ ਵੀ ਉਹ ਇਨਕਾਰੀ ਹੁੰਦੀ ਹੈ। ਅਦ੍ਰਿਸ਼ ਰੂਪ ਦੇ ਵਿੱਚ ਹੀ ਉਹ ਸਭ ਕੁਝ ਚੱਲਦਾ ਹੈ। ਇਹਦੇ 'ਚ ਇੱਕ ਜਦੋਂ ਕਹਾਣੀ ਦੇ ਅਖੀਰ ਤੇ ਜਾ ਕੇ ਇਦਾਂ ਦਾ ਵੀ ਜ਼ਿਕਰ ਆਉਂਦਾ ਕਿ ਉਹਦਾ ਪਤੀ ਉਹਦੇ ਲਈ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਨਾ ਉਹ ਮੁਹੱਈਆ ਕਰਾਉਣ ਦੇ ਲਈ ਤਿਆਰ ਹੈ, ਪਰ ਜਦੋਂ ਵਿਆਹ ਤੋਂ ਬਾਅਦ ਹਨੀਮੂਨ ਤੇ ਜਾਣ ਦੀ ਗੱਲ ਆਉਂਦੀ ਹੈ, ਜੇ ਉਹਦਾ ਨੈਣੀਤਾਲ ਜਾਣ ਨੂੰ ਜੀ ਕਰਦਾ ਹੈ, ਉਹ ਮਨਾਲੀ ਜਾਣ ਦੀ ਗੱਲ ਕਰਦੇ ਆ। ਜੇ ਕੋਈ ਹੋਰ ਹੁੰਦਾ ਤੇ ਉਹ ਐਂ ਲੱਗਦਾ ਕਿ ਜਿਹੜੀ ਔਰਤ ਹੈ ਉਹਦੀ ਹੋਂਦ ਹੱਡ ਮਾਸ ਦੇ ਪੁਤਲੇ ਵਜੋਂ ਨਹੀਂ, ਸਗੋਂ ਇੱਕ ਇਦਾਂ ਦੇ ਕਿਸੇ ਚੀਜ਼ ਵੱਲੋਂ, ਵਸਤੂ ਵੱਲੋਂ ਕਿ ਜਿਹਦੇ 'ਚ ਜਾਨ ਨਾ ਹੋਵੇ, ਜੋ ਉਹਦਾ ਪਤੀ ਕਹੇ ਉਸੇ ਤਰ੍ਹਾਂ ਹੀ ਚਿੜੀਓ ਜੰਪੋ ਚਿੜੀਓ ਮਰ ਜਾਓ, ਇਹ ਜਿਹੜੀ ਸਥਿਤੀ ਹੈ। ਤੇ ਇਦੋਂ ਵਧੀਆ ਕਹਾਣੀ ਜਾਂ ਇਦੋਂ ਵੱਡੀ ਕਹਾਣੀ ਜਿਹੜੀ ਨਿੱਜ ਚੋਂ ਨਿਕਲਦੀ ਹੈ, ਉਹ ਹੋਰ ਕੀ ਹੋ ਸਕਦੀ ਹੈ? ਉਹ ਤੇ ਡਾਕਟਰ ਰਮਿੰਦਰ ਕੌਰ ਹੋਣੀ ਬਿਹਤਰ ਜਾਣ ਸਕਦੇ ਆ। ਉਦਾਂ ਇਹ ਹੈ ਕਿ ਜਦੋਂ ਆਸ਼ੂ ਇੱਕ ਦਿਨ ਇਹ ਮੰਗਦੀ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਖੁੱਲ੍ਹ ਕੇ ਜਿਉਣਾ ਚਾਹੁੰਦੀ ਹੈ। ਉਹਨੂੰ ਇਹ ਲੱਗਦਾ ਕਿ ਮੈਂ ਇਹ ਜਿਹੜਾ ਸਾਰਾ ਕੁਝ ਹੈ ਇਹਦੇ ਤੋਂ ਜਕੜਬੰਦ ਤੋਂ, ਸਮਾਜਿਕ ਜਕੜਬੰਦ ਤੋਂ, ਕਿਉਂਕਿ ਮਸਲਾ ਇਹ ਹੈ ਕਿ ਸਦੀਆਂ ਤੋਂ ਜਿਹੜੀ ਗੁਲਾਮੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਉੱਪਰੋਂ ਲੱਗਦੀ ਵੀ ਆ ਕਿ ਚਲੇ ਗਈ ਹੈ, ਪਰ ਆਸ਼ੂ ਮਹਿਸੂਸ ਕਰਦੀ ਹੈ ਜਾਂ ਆਸ਼ੂ ਰਾਹੀਂ ਤ੍ਰਿਪਤਾ ਮਹਿਸੂਸ ਕਰਦੀ ਹੈ ਕਿ ਇਹ ਗੱਲ ਇਸ ਤਰ੍ਹਾਂ ਨਹੀਂ ਹੋ ਸਕਦੀ। ਇੱਕ ਉਸੇ ਦੇ ਵਿੱਚ ਆਉਂਦੀ ਹੈ ਭੋਰਾ ਕਥਿੰਦਾ ਕਹਾਣੀ। ਉਹ ਭਾਵੇਂ ਔਰਤ ਮੰਨਦੀ ਨਹੀਂ ਹੈ, ਪਰ ਜਿਸ ਤਰ੍ਹਾਂ ਉਹਦੇ 'ਚ ਖਾਸ ਕਰਕੇ ਜਿਹੜੇ ਵਰਗ ਦਾ, ਦਲਿਤ ਵਰਗ ਦਾ ਉਹਦੇ 'ਚ ਚਿਤਰਣ ਹੈ ਦੋ ਭਰਾਵਾਂ ਦਾ ਕਿ ਇੱਕ ਦਾ ਰਸਤਾ ਬਦਲ ਜਾਂਦਾ, ਦੂਜੇ ਦਾ ਰਸਤਾ ਬਦਲ ਜਾਂਦਾ। ਮੈਨੂੰ ਉਹ ਲੱਗਦਾ ਇਹ ਸੀਗਾ ਕਿ ਜਿਹੜੀ ਆਰਥਿਕਤਾ ਆ ਉਹ ਜੇ ਪੱਕੇ ਪੈਰੀ ਨਾ ਹੋਵੇ
ਤੇ ਬੰਦਾ ਗੁਲਾਮੀ ਵਾਲੀ ਸਥਿਤੀ ਹੀ ਭੋਗਦਾ ਹੈ। ਜੀ ਬਿਲਕੁਲ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਭੋਰਕ ਥਿੰਦਾ ਕਹਾਣੀ ਦੇ ਵਿੱਚ ਵੀ ਇਸੇ ਤਰੀਕੇ ਦੀ ਹੀ ਗੱਲ ਕੀਤੀ ਗਈ ਹੈ ਕਿ ਆਰਥਿਕਤਾ ਚੋਂ ਨਿਕਲ ਕੇ ਵਰਨ ਵੰਡ ਚੋਂ ਨਿਕਲ ਕੇ ਵਰਗ ਵੰਡ ਵਿੱਚ ਉਹ ਕਹਾਣੀ ਜਿਹੜੀ ਹੈ ਉਹ ਵਰਗ ਵੰਡ ਵੀ ਨਹੀਂ ਕਿਹਾ ਜਾ ਸਕਦਾ। ਇੱਕ ਹੀ ਘਰ ਦੇ ਵਿੱਚ, ਇੱਕ ਹੀ ਪਰਿਵਾਰ ਦੇ ਵਿੱਚ ਦੋਨੇ ਜਦੋਂ ਭਰਾ ਉਹ ਪੈਦਾ ਹੁੰਦੇ ਆ, ਇੱਕ ਨੂੰ ਨੌਕਰੀ ਮਿਲ ਜਾਂਦੀ ਹੈ, ਨੌਕਰੀ ਮਿਲਣ ਵਾਲੀ ਪਤਨੀ ਮਿਲ ਜਾਂਦੀ ਹੈ, ਉਹਨਾਂ ਦੀ ਬਿਹਤਰ ਹੋ ਜਾਂਦੀ ਹੈ, ਤੇ ਉਹ ਆਪਣੇ ਭਰਾ ਨੂੰ ਆਪਣੇ ਬਰਾਬਰ ਕਰਨ ਦਾ ਯਤਨ ਨਹੀਂ ਕਰਦੇ। ਜਿਹੜਾ ਕਿ ਉਹ ਭਰਾ ਇਹ ਚਾਹੁੰਦਾ ਕਿ ਜੇ ਇਸ ਮੁੰਡੇ ਦਾ ਚਾਚਾ ਜਾਂ ਤਾਇਆ ਇਦਾਂ ਦੇ ਘਰ 'ਚ ਰਹਿੰਦਾ, ਇਦਾਂ ਦੇ ਖਾਣੇ ਖਾਂਦਾ, ਕਿ ਚਲੋ ਤੂੰ ਥੋੜਾ ਬਹੁਤਾ ਮਾੜਾ ਤਾਂ ਹੋ ਜਾਏ, ਪਰ ਬਿਲਕੁਲ ਨਾ ਹੋਵੇ। ਜੀ ਬਿਲਕੁਲ, ਇਹੀ ਚੀਜ਼ ਉਸ ਕਹਾਣੀ ਦੇ ਵਿੱਚ ਰਾਹੀਂ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਜਿਹਨੂੰ ਉਹ ਬਿਹਤਰ ਸਹੂਲਤਾਂ ਇੱਕੋ ਹੀ ਪਰਿਵਾਰ ਦੇ ਵਿੱਚੋਂ ਇੱਕ ਭਰਾ ਨੂੰ ਮਿਲ ਰਹੀਆਂ ਆ, ਤੇ ਉਹਦੇ ਲਈ ਵੱਡਿਆਂ ਨੇ ਸੈਕਰੀਫਾਈਸ ਵੀ ਕੀਤਾ ਆ, ਆਪਣਾ ਪੜ੍ਹਾਈ ਲਿਖਾਈ ਵਿੱਚੋਂ ਛੱਡ ਕੇ ਉਹਨੂੰ ਪੜਾਇਆ ਲਿਖਾਇਆ ਗਿਆ ਆ, ਪਰ ਜਦੋਂ ਉਹ ਪੜ੍ਹ ਲਿਖ ਜਾਂਦਾ ਆ, ਘਰ ਤੋਂ ਸੈਪਰੇਟ ਹੋ ਜਾਂਦਾ ਆ, ਤੇ ਉਹ ਜਿਹੜਾ ਪਿੱਛੇ ਰਹਿ ਗਿਆ ਪਰਿਵਾਰ ਹੈ ਉਹਦੀ ਯਥਾ ਸਥਿਤੀ ਚ ਹੀ ਆ ਹਾਲੇ। ਉਹ ਉਹਨਾਂ ਦਾ ਹਾਲੇ ਤੱਕ ਵੀ ਲੈਵਲ ਜਿਹੜਾ ਆ ਉਹ ਇੱਕ ਮਤਲਬ ਇੱਕ ਪੀੜੀ ਪਾੜਾ ਵੀ ਪੈ ਗਿਆ, ਇੱਕ ਪੀੜੀ ਉਹ ਹਾਲੇ ਤੱਕ ਵੀ ਪਿੱਛੇ ਬੈਠੇ ਆ ਜਿਹੜੇ ਡਿਜ਼ਰਵ ਕਰਦੇ ਸੀਗੇ। ਕਈਆਂ ਨੇ ਇਹਨੂੰ ਰਿਜ਼ਰਵੇਸ਼ਨ ਨਾਲ ਵੀ ਜੋੜ ਕੇ ਦੇਖਿਆ ਹੈਗਾ ਆ, ਪਰ ਇਹਦੇ ਵਿੱਚ ਰਿਜ਼ਰਵੇਸ਼ਨ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਆ। ਕ੍ਰੀਮੀ ਲੇਅਰ ਨੂੰ ਵੀ ਆਪਾਂ ਇਹਦੇ ਰਾਹੀਂ ਦੇਖ ਸਕਦੇ ਆ, ਤੇ ਵੀ ਉਹ ਜਦੋਂ ਇਸ ਕਹਾਣੀ ਦੇ ਅੰਤ ਵਿੱਚ ਉਹ ਲੜਕਾ ਆਪਣੇ ਉਹਦੇ ਹੋ ਕੇ ਮੱਖਣ ਵਾਲੀ ਬਾਟੀ ਕਹਿੰਦਾ ਹੈ ਕਿ ਭੋਰਾ ਕਿਥਿੰਦਾ ਸਾਡੇ ਜੋਗਾ ਵੀ ਛੱਡ ਦਿਓ, ਤੇ ਵੀ ਮਤਲਬ ਇਹ ਜਿਹੜੀ ਮੈਨੂੰ ਐ ਲੱਗਿਆ ਨਾ, ਇੱਕ ਤੇ ਉਹ ਹੈ ਕਿ ਜਿਹੜੀ ਉੱਪਰਲਾ ਵਰਗ ਜਾਤੀ ਤੇ ਜਮਾਤੀ ਨਿਮਨ ਵਰਗ ਦੀ ਲੁੱਟ ਕਰਦਾ, ਇੱਕ ਉਹ ਆ ਕੇ ਜਿਹੜਾ ਇੱਕ ਵਰਗ ਦੇ ਵਿੱਚ ਹੀ ਦੋ ਇਸ ਤਰ੍ਹਾਂ। ਇਹ ਅਸਲ 'ਚ ਸਾਂਝੇ ਪਰਿਵਾਰਾਂ, ਉਹਨਾਂ ਦਲਿਤ ਪਰਿਵਾਰਾਂ ਦੀ ਵੀ, ਸਾਡੇ ਜਿਹੜੇ ਘੱਟ ਜ਼ਮੀਨ ਨੇ ਜਾਂ ਬੇਜ਼ਮੀਨ ਨੇ ਕਿਸਾਨ ਸੀ, ਉਹਨਾਂ ਦੇ ਪਰਿਵਾਰਾਂ 'ਚ ਵੀ ਆ ਕਿ ਜਿਹੜੇ ਘਰ ਦੇ ਵਿੱਚ ਸਾਂਝੇ ਪਰਿਵਾਰਾਂ ਦੇ ਵਿੱਚ ਇਹ ਇੱਕ ਖਾਸ ਪੀੜ੍ਹੀ ਦਾ ਦੁਖਾਂਤ ਰਿਹਾ ਕਿ ਉਹਨਾਂ ਦਾ ਜਿਹੜਾ ਫਰਕ ਸੀ ਜ਼ਿਆਦਾ। ਤੁਹਾਡੀਆਂ ਕੁਝ ਹੋਰ ਕਹਾਣੀਆਂ ਦਾ ਜ਼ਿਕਰ ਵੀ ਹੋ ਸਕਦਾ, ਜਿੱਤੀ ਹੋਈ ਬਾਜ਼ੀ ਹੈ ਜੀ, ਸੈਵਨਥ ਸੈਂਸ ਹੈ, ਜਾਂ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ, ਇਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੋ? ਇਹ ਘੱਟੋ ਘੱਟ ਇੱਕ ਦਿਨ ਦਾ ਦੁਹਰਾ ਨਹੀਂ। ਜੀ ਬਿਲਕੁਲ ਬਿਲਕੁਲ। ਸੈਵਨ ਸੈਂਸ ਕਹਾਣੀ ਜਦੋਂ ਆਉਂਦੀ ਆ, ਤੇ ਸੈਵਨ ਸੈਂਸ ਕਹਾਣੀ ਇੱਕ ਕੰਮਕਾਜੀ ਔਰਤ ਦੀ ਕਹਾਣੀ ਹੈ। ਜਦੋਂ ਔਰਤ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਆਪਣੀ ਸਵੈ ਦੀ ਤਲਾਸ਼ 'ਚ ਨਿਕਲਦੀ ਹੈ, ਆਪਣੀਆਂ ਜਿਹੜੀਆਂ ਟਰਮ ਐਂਡ ਕੰਡੀਸ਼ਨਸ ਦੇ ਉੱਤੇ ਉਹ ਕੰਮ ਕਰਦੀ ਹੈ, ਆਪਣੇ ਬੜੇ ਤਨਦੇਹੀ ਨਾਲ ਉਹ ਕੰਮ ਕਰਦੀ ਹੈ, ਪਰ ਜੋ ਸਾਡੇ ਸਮਾਜ ਦੇ ਵਿੱਚ ਜਿੱਦਾਂ ਦੀ ਮਾਨਸਿਕਤਾ ਪਈ ਹੈਗੀ ਹੈ, ਭਾਵੇਂ ਉਹ ਕਿ ਸਾਹਮਣੇ ਦ੍ਰਿਸ਼ਟੀ ਨਹੀਂ ਹੁੰਦੀ ਹੈਗੀ, ਪਰ ਅਦ੍ਰਿਸ਼ ਜਾਂ ਉਹਦੀ ਪਿੱਠ ਦੇ ਪਿੱਛੇ ਕਿਸੇ ਵੀ ਕੰਮ ਜੀ ਔਰਤ ਲਈ ਅਸੀਂ ਦਫ਼ਤਰੀ ਮਾਹੌਲ ਦੇ ਵਿੱਚ ਉਹ ਗੱਲ ਕੀਤੀ ਗਈ ਹੈ ਕਿ ਦਫ਼ਤਰੀ ਮਾਹੌਲ ਦੇ ਵਿੱਚ ਇੱਕ ਅੱਛੀ ਭਲੀ ਔਰਤ ਦੇ ਕੱਪੜਿਆਂ ਨੂੰ ਜੱਜ ਕੀਤਾ ਜਾਂਦਾ ਆ, ਉਹ ਕੀ ਖਾ ਰਹੀ ਹੈ ਕੀ ਨਹੀਂ ਖਾ ਰਹੀ ਉਹਨੂੰ ਜੱਜ ਕੀਤਾ ਜਾਂਦਾ ਆ, ਤੇ ਉਹਦੇ ਬਾਰੇ 'ਚ ਕਈ ਵਾਰੀ ਭੱਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹੈਗੀਆਂ ਆ, ਤੇ ਉਹਨੂੰ ਔਰਤ ਨੂੰ ਜਿਹੜਾ ਮਰਦ ਵੱਲੋਂ ਬਰਾਬਰੀ ਦਾ ਦਰਜਾ ਦੇਣ ਤੋਂ ਤਾਂ ਇਨਕਾਰ ਹੈ ਹੀ ਹੈ। ਤੇ ਉਹਦੀ ਜਿਹੜੀ ਜੋ ਉਹ ਮਾਨਸਿਕਤਾ ਜਿਹੜੀ ਚੱਲ ਰਹੀ ਹੈ ਦਫ਼ਤਰ ਦੇ ਵਿੱਚ ਉਹਦੇ ਕੁਲੀਗਸ ਦੀ ਉਹਦੇ ਪ੍ਰਤੀ, ਉਹਨੂੰ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਔਰਤ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਹੈ, ਪਰ ਸਾਨੂੰ ਮਾਨਸਿਕਤਾ ਆਪਣੀ ਬਦਲਣ ਦੀ ਲੋੜ ਹੈ ਤਾਂ ਕਿ ਉਹਨੂੰ ਵੀ ਜਿਹੜੇ ਮੌਕੇ ਹੈਗੇ ਆ ਹੋਰ ਮਿਲਣ ਤੇ ਹੋਰ ਉਹ ਅੱਗੇ ਜਾ ਸਕੇ। ਔਰਤ ਬਾਰੇ ਤੇ ਮੈਡਮ ਜਦੋਂ ਨਾ ਗੁਰੂ ਨਾਨਕ ਸਾਹਿਬ ਦੀ ਗੱਲ, ਜਿਹੜਾ ਵੀ ਕੋਈ ਵਿਆਖਿਆਨ ਕਰਦਾ ਭਾਈ ਗੁਰਦੁਆਰੇ 'ਚ ਨਿੱਤੇ ਕਰਦਾ, ਜਿਤ ਜੰਮੇ ਰਾ ਜਾਨ ਵਾਲੀ ਗੱਲ ਹੋਰ ਜਾਂ ਇਹੋ ਜਿਹੀ ਪਾ ਕੇ ਕਰਦੇ ਆ, ਉਹ ਕਿੰਨੀ ਕੁ ਮੰਨਦੇ ਆ। ਇਹ ਵੀ ਇੱਕ ਵਿਡੰਬਨਾ ਹੀ ਆ ਕਿ ਸਿਰਫ ਉਹ ਬਾਬੇ ਨਾਨਕ ਦਾ ਉਹਦਾ ਜ਼ਿਕਰ ਕਰਦੇ ਆ, ਪਰ ਉਹਦੀ ਗੱਲ ਸੁਣਦੇ ਮੰਨਦੇ ਨਹੀਂ। ਉਹਨਾਂ ਘਰਾਂ ਦੇ ਵਿੱਚ ਵੀ, ਕਿਸੇ ਗੁਰਦੁਆਰੇ ਦੇ ਵਿੱਚ ਵੀ ਇਹ ਪਹਿਲਾਂ ਹੀ ਹੁੰਦਾ ਕਿ ਆਦਮੀ ਪਹਿਲਾਂ ਰੋਟੀ ਖਾ ਲਓ, ਬੀਬੀਆਂ ਦੀ ਬਾਰੀ ਬਾਅਦ ਵਿੱਚ ਆਉਂਦੀ ਹੈ। ਬਿਲਕੁਲ ਸਹੀ ਗੱਲ ਹੈ। 500 ਸਾਲ ਪਹਿਲਾਂ 550 ਸਾਲ ਪਹਿਲਾਂ ਬਾਬਾ ਜਿਹੜੀ ਗੱਲ ਕਹਿ ਗਿਆ ਹੈ, ਇੰਪਲੀਮੈਂਟ ਸਾਡੇ ਸਮਾਜ 'ਚ ਅਜੇ ਤੱਕ ਬਿਲਕੁਲ ਨਹੀਂ ਹੋਈ। ਔਰ ਉਦੋਂ ਬਹੁਤੇ ਦੋਸ਼ੀ ਅਸੀਂ ਨਾਨਕ ਨਾਮ ਲੇਵਾ ਬੰਦੇ ਜਿਹੜੇ ਆਪਣੇ ਆਪ ਨੂੰ ਠੇਕੇਦਾਰ ਸਮਝਦੇ ਆ। ਜੀ ਬਿਲਕੁਲ। ਪਿੱਛੇ ਜੇ ਮੈਂ ਤੁਹਾਡੀ ਕਹਾਣੀ ਪੜ੍ਹੀ ਸੀ ਫੈਸਲਾ ਜੀ, ਉਹਦੀ ਨਾਇਕਾ ਜਿਹੜੀ ਹੈ, ਮੈਨੂੰ ਐ ਲੱਗਿਆ ਕਿ ਉਹ ਜਿਹੜੀ ਇੱਕ ਦਿਨ ਦੀ ਆਸ਼ੂ ਹੈ ਜੀ, ਉਹ
ਆਪਣੇ ਪਤੀ ਤੋਂ ਇੱਕ ਦਿਨ ਦੀ ਮੰਗ ਕਰਦੀ ਹੈ ਜੀ ਇਹ ਜਿਹੜੀ ਫੈਸਲਾ ਦੀ ਨਾਇਕਾ ਆ ਜੀ ਉਹ ਫੈਸਲਾ ਸੁਣਾਉਂਦੀ ਹੈ ਜੀ ਸਾਰੇ ਪਰਿਵਾਰ ਵੱਲੋਂ ਇੱਕ ਅਣਮਨੁੱਖੀ ਕਾਰਜ ਲਈ ਉਹਦੇ ਤੇ ਦਬਾਅ ਹੈ ਜੀ ਬਿਲਕੁਲ ਪਰ ਉਹ ਹਾਂ ਨਾ ਦੇ ਵਿੱਚ ਉਹ ਪੂਰੀ ਤੁਹਾਡੀ ਕਹਾਣੀ ਉਸਰਦੀ ਆ ਜੀ ਬਿਲਕੁਲ ਪਰ ਜਦੋਂ ਉਹਦਾ ਆਖਰੀ ਫੈਸਲਾ ਹੁੰਦਾ ਹੈ ਜੀ ਉਹ ਨਾ ਕਰ ਦਿੰਦੀ ਆ ਜੀ ਉਹ ਬੜਾ ਕ੍ਰਾਂਤੀਕਾਰੀ ਕਦਮ ਲੱਗਦਾ ਜੀ ਖਾਸ ਕਰਕੇ ਜਦੋਂ ਪ੍ਰੋਗਰੈਸਿਵ ਮੂਵਮੈਂਟ ਦੀ ਕਹਾਣੀ ਸੀ ਹੋਰ ਸੀ ਜੀ ਜਦੋਂ ਸੁਜਾਨ ਸਿੰਘ ਹੋਰੀ ਕੁਲਫੀ ਕਹਾਣੀ 'ਚ ਇਹ ਲਿਖਦੇ ਆ ਕੁਝ ਵੰਡ ਛਦੈਣੇ ਕਾਇਰ ਪਿਓ ਦੇ ਘਰ ਬਹਾਦਰ ਪੁੱਤ ਜੰਮਿਆ ਬਿਲਕੁਲ ਇਹ ਜਿਹੜਾ ਤੁਹਾਡਾ ਉਹਦਾ ਇਹ ਫੈਸਲਾ ਆ ਜੀ ਦੋ ਗੱਲਾਂ ਨੇ ਉਹਦੇ 'ਚ ਜੀ ਇੱਕ ਤਾਂ ਇਹ ਕਿ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਜਿਹੜੀ ਅੱਜ ਦੀ ਔਰਤ ਹੈ ਉਹ ਇੰਨੀ ਕੁ ਸਮਰੱਥ ਹੋ ਗਈ ਹੈ ਕਿ ਉਹ ਇਹ ਫੈਸਲਾ ਸੁਣਾ ਸਕਦੀ ਹੈ ਜੀ ਜੇ ਇਹ ਨਹੀਂ ਤੇ ਕੀ ਤੁਹਾਡੇ ਮਨ ਦੇ ਵਿੱਚ ਰੀਝ ਹੈ ਕਿ ਔਰਤ ਹੈ ਜਿਹੜੀ ਔਰਤ ਹੋ ਕੇ ਔਰਤ ਦੀ ਘਾਤਕ ਨਾ ਬਣੇ ਇਹ ਤੁਹਾਡੇ ਮਨ ਦੀ ਰੀਝ ਹੈ ਜਿਹਨੂੰ ਕਹਾਣੀ ਜਾਂ ਗਲਪ ਦੇ ਆਲੋਚਕ ਇੱਛਤ ਯਥਾਰਥ ਤੇ ਪ੍ਰਾਪਤ ਯਥਾਰਥ ਦਾ ਨਾਮ ਦੇ ਦਿੰਦੇ ਆ ਇਹ ਤੁਸੀਂ ਕਹਾਣੀ ਦਾ ਜਦੋਂ ਇਸ ਤਰ੍ਹਾਂ ਅੰਤ ਕੀਤਾ ਸੀ ਕਹਾਣੀ ਮੁਕਾਈ ਸੀ ਉਹ ਜਿਹੜੀ ਪਾਤਰ ਹੈ ਬੜੀ ਬੋਲਡ ਹੈ ਜੀ ਉਹ ਨਜ਼ਰ ਆ ਰਹੀ ਹੈ ਜੀ ਉਦੋਂ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਮੇਰੇ ਮਨ ਦੇ ਵਿੱਚ ਉਦੋਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਇਹ ਜਿਹੜੀ ਘਟਨਾ ਦਾ ਜ਼ਿਕਰ ਇਹਦੇ ਵਿੱਚ ਆਉਂਦਾ ਹੈ ਕਿਉਂਕਿ ਤੁਹਾਡਾ ਵਾਹ ਵੀ ਰਿਹਾ ਹੋਊਗਾ ਇਹੋ ਜਿਹੇ ਲੋਕਾਂ ਮੇਰੇ ਕਿਉਂਕਿ ਮੇਰਾ ਮਹਿਕਮਾ ਜਿਹੜਾ ਹੈ ਸਿਹਤ ਮਹਿਕਮੇ 'ਚ ਮੈਂ ਕੰਮ ਕਰਦੀ ਹਾਂ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਮੇਰੇ ਸਾਹਮਣੇ ਆਉਂਦੀਆਂ ਆ ਤਾਂ ਮੈਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪ੍ਰਾਪਤ ਯਥਾਰਥ ਤੇ ਇੱਛਤ ਯਥਾਰਥ ਦੀ ਇੱਕ ਕਹਾਣੀਕਾਰ ਹੋਣ ਦੇ ਨਾਤੇ ਇੱਕ ਔਰਤ ਹੋਣ ਦੇ ਨਾਤੇ ਸ਼ਾਇਦ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਕਿਤੇ ਨਾ ਕਿਤੇ ਆ ਕੇ ਰੁਕਣੀ ਚਾਹੀਦੀ ਆ ਇਹ ਨਹੀਂ ਹੋਣਾ ਚਾਹੀਦਾ ਇਹ ਵਰਤਾਰਾ ਜਿਹੜਾ ਹੈਗਾ ਇਹ ਗਲਤ ਹੈ ਪਰ ਅਸੀਂ ਸਭ ਕੁਝ ਜਾਣਦਿਆਂ ਹੋਇਆਂ ਵੀ ਸਾਰੇ ਇਹ ਗਲਤ ਵਰਤਾਰਿਆਂ ਚੋਂ ਲੰਘਦੇ ਪਏ ਆ ਜੋ ਭਾਵੇਂ ਸਰਕਾਰ ਨੇ ਭਰੂਣ ਹੱਤਿਆ ਦੇ ਉੱਤੇ ਕਿੰਨੇ ਕਾਨੂੰਨ ਬਣਾਏ ਆ ਸਭ ਕੁਝ ਕੀਤਾ ਆ ਪਰ ਮੈਂ ਜਿਸ ਮਹਿਕਮੇ 'ਚ ਕੰਮ ਕਰਦੀ ਆ ਅਸੀਂ ਰੋਜ਼ ਛਾਪੇ ਵੀ ਮਾਰਨ ਚਾਹੀਦਾ ਹੈ ਤੇ ਉਹ ਸਾਰਾ ਕੁਝ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈਗਾ ਆ ਪਰ ਜੇ ਅਸੀਂ ਇਸ ਤਰ੍ਹਾਂ ਦੀ ਆਵਾਜ਼ ਨਹੀਂ ਉਠਾਵਾਂਗੇ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਵਾਂਗੇ ਜਾਂ ਲੈਣ ਲਈ ਪ੍ਰੇਰਿਤ ਨਹੀਂ ਕਰਾਂਗੇ ਤਾਂ ਫਿਰ ਅਸੀਂ ਲੇਖਕ ਧਰਮ ਤੋਂ ਸਾਈਡ ਬਾਈ ਚੱਲਦੇ ਹੋਵਾਂਗੇ ਮੈਨੂੰ ਏਦਾਂ ਲੱਗਦਾ ਆ ਮੈਨੂੰ ਇਹ ਲੱਗਿਆ ਕਿ ਉਹ ਜਦੋਂ ਤੁਸੀਂ ਕਹਾਣੀ ਨਾ ਪੋਜ਼ਿਟਿਵ ਜੀ ਐਂਡ ਤੇ ਆਣ ਕੇ ਪੋਜ਼ਿਟਿਵ ਨੋਟ ਤੇ ਆਣ ਕੇ ਉਹ ਮੁਕਾਈ ਔਰ ਬੜੀ ਅੱਛੀ ਗੱਲ ਹੈ ਚੰਗੀ ਲੱਗੀ ਹੈ ਬਿਲਕੁਲ ਕਿਉਂਕਿ ਉਹ ਇੰਨੇ ਸਟ੍ਰੈਸ ਦੇ ਵਿੱਚੋਂ ਦੀ ਲੰਘੀ ਹੈਗੀ ਆ ਉਹ ਸਾਰਾ ਚੀਜ਼ ਏਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਲੇਖਕ ਨੇ ਉਹਦੇ ਕੋਲੋਂ ਇਹ ਗੱਲ ਕੀਤੀ ਹੈ ਉਹ ਇੰਨਾ ਉਹਦਾ ਸਟ੍ਰੈਸ ਆ ਪਹਿਲਾਂ ਉਹਦਾ ਅਬਾਰਸ਼ਨ ਕਰਵਾਇਆ ਜਾਂਦਾ ਹੈ ਕਹਾਣੀ ਦੇ ਪਾਠ ਦੇ ਵਿੱਚੋਂ ਹੀ ਨਿਕਲਦੀ ਹੈ ਗੱਲ ਉਹਦੇ ਟੈਕਸਟ ਚੋਂ ਹੀ ਨਿਕਲ ਕੇ ਕਹਾਣੀ ਦਾ ਐਂਡ ਜਿਹੜਾ ਹੈ ਸਾਡੇ ਸਭ ਦੇ ਸਾਹਮਣੇ ਆਉਂਦਾ ਤੇ ਜੇ ਇਹ ਸਾਰਾ ਕੁਝ ਉਹੋ ਜੀਆਂ ਉਹ ਕਹਾਣੀ ਪੜ੍ਹ ਕੇ ਔਰਤਾਂ ਪ੍ਰੇਰਿਤ ਹੋਣਗੀਆਂ ਇਹ ਉਸ ਤਰ੍ਹਾਂ ਦੇ ਫੈਸਲੇ ਲੈਣ ਦੇ ਲਈ ਤੇ ਸਮਾਜ ਬਹੁਤ ਵਧੀਆ ਜਿੱਦਾਂ ਦਾ ਸਮਾਜ ਬਾਬੇ ਨਾਨਕ ਨੇ ਚਾਹਿਆ ਸੀ ਸੰਤ ਕਬੀਰ ਜੀ ਨੇ ਚਾਹਿਆ ਸੀ ਗੁਰੂ ਰਵਿਦਾਸ ਜੀ ਨੇ ਚਾਹਿਆ ਸੀ ਜਾਂ ਆਪਾਂ ਸਾਰੇ ਚਾਹੁੰਦੇ ਆ ਇਦਾਂ ਦਾ ਸਮਾਜ ਬਣੂਗਾ ਸਾਹਿਤ ਦਾ ਜਿਹੜਾ ਅਸੀਂ ਕਹਿੰਦੇ ਆ ਕਿ ਸਾਹਿਤ ਦਾ ਮਕਸਦ ਜਿਹੜਾ ਹੈਗਾ ਉਹ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਦਾ ਮਤਲਬ ਪੋਜ਼ਿਟਿਵ ਨੋਟ ਹੈ ਉਹ ਸੋ ਮੈਡਮ ਤੁਸੀਂ ਗੱਲਾਂ ਹੋਰ ਬਹੁਤ ਹੋ ਸਕਦੀਆਂ ਸੀ ਪਰ ਸਮੇਂ ਦੀ ਪਾਬੰਦੀ ਹੁੰਦੀ ਹੈ ਜੀ ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਿ ਇੱਕ ਦਿਨ ਜਾਂ ਇਦਾਂ ਦੀਆਂ ਹੋਰ ਜਿਹੜੀਆਂ ਵਧੀਆ ਕਹਾਣੀਆਂ ਉਹ ਸਾਡੇ ਪਾਠਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੀਆਂ ਤੇ ਅਸੀਂ ਮੁੜ ਕੇ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇੱਥੇ ਬੁਲਾਇਆ ਸਮਾਂ ਦਿੱਤਾ ਆਪਣੇ ਮਨ ਦੀਆਂ ਗੱਲਾਂ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸੋ ਮਚ